ਹੁਣ ਅਸੀਂ ਚੈਪਟਰ 13 ਦੇ ਭਾਗ 2 ਵਿੱਚ ਆ ਚੁੱਕੇ ਹਾਂ। ਹਾਲੇ ਤੱਕ ਅਸੀਂ ਇਹ ਸਿੱਖਿਆ ਹੈ ਕਿ ਸੰਸਦੀ ਲੋਕਤੰਤਰ ਦੇ ਵਿੱਚ ਚੋਣਾਂ ਹੁੰਦੀਆਂ ਨੇ। ਚੋਣਾਂ ਕਿਸ ਪੱਧਰ 'ਤੇ ਹੁੰਦੀਆਂ ਨੇ, ਜਿਵੇਂ ਕਿ ਅਸੀਂ ਦੇਸ਼ ਦੇ ਪੱਧਰ ਦੀ ਗੱਲ ਕੀਤੀ ਸੀ, ਸੂਬੇ ਦੇ ਪੱਧਰ ਦੀ ਗੱਲ ਕੀਤੀ ਸੀ, ਫਿਰ ਇੱਕ ਸ਼ਹਿਰ ਦੇ ਪੱਧਰ ਦੀ ਗੱਲ ਕੀਤੀ ਸੀ। ਔਰ ਉਹਨਾਂ ਚੋਣਾਂ ਰਾਹੀਂ ਜਿਹੜੇ ਚੁਣੇ ਗਏ ਨੁਮਾਇੰਦੇ ਨੇ ਉਹਨਾਂ ਦੇ ਕੀ ਨਾਮ ਹਨ, ਅਸੀਂ ਇਹ ਸਮਝਿਆ ਸੀ। ਭਾਰਤ ਵਿੱਚ ਵੋਟਰ ਬਣਨ ਦੇ ਲਈ ਕੀ ਕੁਆਲੀਫਿਕੇਸ਼ਨਸ ਨੇ, ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਨੇ, ਅਸੀਂ ਉਹਦੇ ਬਾਰੇ ਪੜ੍ਹਿਆ ਸੀ। ਸੋ ਵਾਅਦੇ ਮੁਤਾਬਕ ਮੈਂ ਤੁਹਾਡੀ ਬੁੱਕ ਦੇ ਲਾਸਟ ਜੋ ਇਸ ਚੈਪਟਰ ਦੇ ਲਾਸਟ ਵਿੱਚ ਕੁਝ ਕੁਐਸਚਨਸ ਦਿੱਤੇ ਹੋਏ ਨੇ, ਉਹਨਾਂ ਦੇ ਆਨਸਰ ਤੁਹਾਨੂੰ ਫੀਡ ਕਰਵਾ ਰਿਹਾ ਹਾਂ। ਸੋ ਜੇ ਤੁਸੀਂ ਸਭ ਤੋਂ ਪਹਿਲੀ ਬਲੈਂਕ ਦੇਖ ਪਾਓ, ਸਭ ਤੋਂ ਪਹਿਲੀ ਜੋ ਬਲੈਂਕ ਹੈ ਉਹਦੇ ਵਿੱਚ ਪੁੱਛਿਆ ਗਿਆ ਭਾਰਤ ਵਿੱਚ ਕੇਂਦਰੀ ਸੰਸਦ ਦੇ ਚੁਣੇ ਹੋਏ ਪ੍ਰਤੀਨਿਧੀ ਨੂੰ ਕੀ ਕਿਹਾ ਜਾਂਦਾ ਹੈ। ਸੋ ਮੈਂ ਤੁਹਾਨੂੰ ਪੜ੍ਹਾਇਆ ਸੀ ਕਿ ਇਸ ਨੂੰ ਮੈਂਬਰ ਆਫ ਪਾਰਲੀਮੈਂਟ ਕਹਿੰਦੇ ਨੇ, MP ਕਹਿੰਦੇ ਨੇ। ਸੋ ਤੁਸੀਂ ਪੰਜਾਬੀ ਦੇ ਵਿੱਚ ਲਿਖ ਸਕਦੇ ਹੋ ਮੈਂਬਰ ਆਫ ਪਾਰਲੀਮੈਂਟ। ਉਸ ਤੋਂ ਬਾਅਦ ਅਗਲੀ ਬਲੈਂਕਸ ਹਲੇ ਮੈਂ ਪੜ੍ਹਾਉਣੀਆਂ ਵਾ ਤੁਹਾਨੂੰ। ਬਹੁ ਵਿਕਲਪੀ ਪ੍ਰਸ਼ਨਾਂ 'ਚ ਜਾਓਗੇ ਤਾਂ ਪਹਿਲਾ ਕੁਐਸਚਨ ਹੈ ਲੋਕਾਂ ਦੇ ਪ੍ਰਤੀਨਿਧੀ ਪਹਿਲਾ ਨਿਯੁਕਤ ਕੀਤੇ ਜਾਂਦੇ ਹਨ। ਦੂਸਰਾ ਆਪਸ਼ਨ ਹੈ ਲੋਕਾਂ ਦੁਆਰਾ ਨਿਸ਼ਚਿਤ ਸਮੇਂ ਲਈ ਚੁਣੇ ਜਾਂਦੇ ਹਨ। ਤੀਜਾ ਲੋਕਾਂ ਦੁਆਰਾ ਪੱਕੇ ਤੌਰ 'ਤੇ ਚੁਣੇ ਜਾਂਦੇ ਹਨ। ਸੋ ਮੈਂ ਸੰਸਦੀ ਲੋਕਤੰਤਰ ਦੀ ਵਿਸ਼ੇਸ਼ਤਾ ਦੱਸੀ ਸੀ ਕਿ ਅਸੀਂ ਆਪਣੇ ਨੁਮਾਇੰਦਿਆਂ ਨੂੰ, ਜਿਹੜੇ ਸਾਡੇ ਪ੍ਰਤੀਨਿਧੀ ਨੇ, ਉਹਨਾਂ ਨੂੰ ਚੁਣਾਂਗੇ ਔਰ ਚੁਣਾਂਗੇ ਵੀ ਨਿਸ਼ਚਿਤ ਸਮੇਂ ਲਈ। ਜਿਵੇਂ ਕਿ ਮੈਂ ਉਦਾਹਰਨ ਦਿੱਤਾ ਸੀ ਕਿ ਇਲੈਕਸ਼ਨ 2027 'ਚ ਹੋਏ, 2022 'ਚ ਹੋਏ, ਫਿਰ ਉਸ ਤੋਂ ਬਾਅਦ ਹੁਣ 2027 ਨੂੰ ਪੰਜਾਬ ਦੇ ਵਿੱਚ ਸੂਬਾ ਪੱਧਰ 'ਤੇ ਹੋ ਰਿਹਾ। ਉਸੇ ਤਰੀਕੇ ਜੇ ਅਸੀਂ ਆਮ ਚੁਣਾਵਾਂ ਦੀ ਗੱਲ ਕਰੀਏ, ਆਮ ਚੁਣਾਵ ਜਿਹੜੇ ਹੈਗੇ ਆ ਉਹ ਦੇਸ਼ ਦੇ ਪੱਧਰ 'ਤੇ ਸਰਕਾਰ ਚੁਣਨ ਲਈ ਹੁੰਦੇ ਨੇ, ਮੈਂਬਰ ਆਫ ਪਾਰਲੀਮੈਂਟ ਨੂੰ ਚੁਣਨ ਲਈ ਹੁੰਦੇ ਨੇ। 2014 'ਚ ਹੋਏ ਸੀਗੇ, 2019 'ਚ ਹੋਏ, ਹੁਣ 2024 'ਚ ਵਾਰੀ ਹੈ। ਔਰ ਦੇਸ਼ 'ਚ ਜੇ ਸਭ ਤੋਂ ਪਹਿਲੀ ਵਾਰ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀ, ਜਿਹਨਾਂ ਨੂੰ ਆਮ ਚੁਣਾਵ ਕਿਹਾ ਜਾਂਦਾ ਹੈ, ਉਹ 1952 ਦੇ ਵਿੱਚ ਹੋਈਆਂ ਸੀਗੀਆਂ, ਜੋ ਕਿ ਮੈਂ ਅੱਗੇ ਤੁਹਾਨੂੰ ਪੜ੍ਹਾਉਣੀਆਂ। ਲੇਕਿਨ ਇੱਥੇ ਫਿਲ ਇਨ ਦੀ ਬਲੈਂਕਸ ਮੈਨੂੰ ਸਾਹਮਣੇ ਹੀ ਦਿਖ ਰਹੀ ਹੈ। ਸੋ ਇਹਨੂੰ ਤੁਸੀਂ ਭਰ ਸਕਦੇ ਹੋ 1952 1952 ਜੋ ਹੈ ਉਹ ਤੁਸੀਂ ਭਰ ਸਕਦੇ ਹੋ, ਯਾਨੀ ਕਿ 1952। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਜੇ ਤੁਸੀਂ ਬਹੁ ਵਿਕਲਪੀ ਪ੍ਰਸ਼ਨ ਦੀ ਗੱਲ ਕਰੋ, ਜੋ ਕਿ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਹਾਂ ਕਿ ਲੋਕਾਂ ਦੇ ਪ੍ਰਤੀਨਿਧੀ ਹੈ ਉਹ ਲੋਕਾਂ ਦੁਆਰਾ ਹੀ ਚੁਣੇ ਜਾਣਗੇ, ਨਿਸ਼ਚਿਤ ਸਮੇਂ ਲਈ ਚੁਣੇ ਜਾਣਗੇ। ਠੀਕ ਹੈ ਜੀ। ਠੀਕ ਗਲਤ ਹਲੇ ਮੈਂ ਨਹੀਂ ਕਢਾਏ ਇਹਨਾਂ ਵਿੱਚੋਂ। ਹਾਂਜੀ, ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ ਜੋ ਹੈ ਉਹਨਾਂ 'ਚ ਪਹਿਲਾ ਜੋ ਪ੍ਰਸ਼ਨ ਹੈ ਉਹ ਹੈ ਕਿ ਗ੍ਰਾਮ ਪੰਚਾਇਤ ਲਈ ਚੁਣੇ ਗਏ ਪ੍ਰਤੀਨਿਧੀ ਨੂੰ ਕੀ ਕਹਿੰਦੇ ਆ? ਪੰਚ ਕਹਿੰਦੇ ਨੇ। ਇਹ ਮੈਂ ਦੱਸ ਚੁੱਕਿਆ। ਤਾਂ ਤੁਸੀਂ ਲਿਖਣਾ ਹੈ ਗ੍ਰਾਮ ਪੰਚਾਇਤ ਲਈ ਚੁਣੇ ਗਏ ਪ੍ਰਤੀਨਿਧੀ ਨੂੰ ਪੰਚ ਕਹਿੰਦੇ ਹਨ। ਵਿਧਾਨ ਸਭਾ ਲਈ ਚੁਣੇ ਗਏ ਪ੍ਰਤੀਨਿਧੀ ਨੂੰ ਕੀ ਕਹਿੰਦੇ ਹਨ? ਮੈਂ ਕੱਲ੍ਹ ਹੀ ਦੱਸਿਆ ਸੀ, ਉਸਨੂੰ MLA ਕਹਿੰਦੇ ਹੈ, ਯਾਨੀ ਕਿ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ। ਤਾਂ ਪੰਜਾਬੀ 'ਚ ਤੁਸੀਂ MLA ਹੀ ਲਿਖੋਗੇ, ਜੋ ਕਿ ਤੁਹਾਡੇ ਬੁੱਕ ਦੇ ਵਿੱਚ ਵੀ ਤੁਸੀਂ ਮਾਰਕ ਕੀਤਾ ਹੋਏਗਾ। ਤਾਂ ਵਿਧਾਨ ਸਭਾ ਲਈ ਚੁਣੇ ਗਏ ਪ੍ਰਤੀਨਿਧੀ ਨੂੰ MLA ਕਹਿੰਦੇ ਨੇ। ਚੋਣ ਵਿਧੀਆਂ ਦੇ ਨਾਮ ਹਾਲੇ ਮੈਂ ਤੁਹਾਨੂੰ ਨਹੀਂ ਕਰਵਾਏ। ਉਸ ਤੋਂ ਅੱਗੇ ਛੋਟੇ ਉੱਤਰ ਵਾਲੇ ਪ੍ਰਸ਼ਨ। ਇਹਦੇ ਵਿੱਚ ਚੋਣਾਂ ਦਾ ਲੋਕਤੰਤਰੀ ਦੇਸ਼ ਵਿੱਚ ਕੀ ਮਹੱਤਵ ਹੈ, ਜੋ ਕਿ ਮੈਂ ਤੁਹਾਨੂੰ ਜਸਟ ਹੁਣੇ ਇਸ ਵੀਡੀਓ ਦੇ ਵਿੱਚ ਕਰਾਉਣਾ ਹੈ। ਉਸ ਤੋਂ ਬਾਅਦ ਚੋਣਾਂ ਦੇ ਮਹੱਤਵ 'ਤੇ ਸੰਖੇਪ ਨੋਟ ਲਿਖੋ, ਚੌਥਾ ਵੱਡੇ ਉੱਤਰ ਵਾਲਾ ਪ੍ਰਸ਼ਨ। ਸੋ ਹੁਣ ਜੋ ਮੈਂ ਵੀਡੀਓ ਬਣਾਉਣ ਜਾ ਰਿਹਾ ਉਹਦੇ ਵਿੱਚ ਤੁਹਾਡੇ ਛੋਟੇ ਉੱਤਰ ਵਾਲੇ ਪ੍ਰਸ਼ਨ, ਚੋਣਾਂ ਦਾ ਲੋਕਤੰਤਰੀ ਦੇਸ਼ ਵਿੱਚ ਕੀ ਮਹੱਤਵ ਹੈ, ਇਸ ਦਾ ਜਵਾਬ ਮਿਲੇਗਾ। ਦੂਸਰਾ, ਤੁਹਾਨੂੰ ਚੋਣਾਂ ਦੇ ਮਹੱਤਵ 'ਤੇ ਸੰਖੇਪ ਨੋਟ ਲਿਖੋ, ਵੱਡੇ ਉੱਤਰ ਵਾਲੇ ਪ੍ਰਸ਼ਨ, ਇਸ ਦਾ ਜਵਾਬ ਵੀ ਤੁਹਾਨੂੰ ਇਸ ਦੇ ਨਾਲ ਹੀ ਮਿਲ ਜਾਏਗਾ। ਸੋ ਸਮਾਂ ਵਿਅਰਥ ਨਾ ਕਰਦਾ ਹੋਇਆ ਮੈਂ ਵੀਡੀਓ ਸ਼ੁਰੂ ਕਰਨਾ ਚਾਹਾਂਗਾ। ਸੋ ਇਸ ਜਗ੍ਹਾ 'ਤੇ ਪੁੱਛਿਆ ਗਿਆ ਹੈ ਕਿ ਚੋਣਾਂ ਦਾ ਮਹੱਤਵ ਕੀ ਹੈ। ਮੈਂ ਪੁਆਇੰਟ ਦਰ ਪੁਆਇੰਟ ਤੁਹਾਨੂੰ ਯਾਦ ਕੁਛ ਵੀ ਨਹੀਂ ਕਰਵਾਊਂਗਾ, ਮੈਂ ਹਰ ਚੀਜ਼ ਨੂੰ ਸਮਝਾਊਂਗਾ। ਤੁਸੀਂ ਬਸ ਇੱਕ ਕਹਾਣੀ ਵਜੋਂ ਇਹਨੂੰ ਸੁਣਦੇ ਜਾਓ ਅਤੇ ਸਮਝਦੇ ਜਾਓ। ਜੇ ਫਿਰ ਵੀ ਕੋਈ ਸਮੱਸਿਆ ਹੈ ਤਾਂ ਕਮੈਂਟ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ। ਹਾਂ,
ਇੱਕ ਸਪੋਰਟ ਤੁਸੀਂ ਮੈਨੂੰ ਕਰ ਸਕਦੇ ਹੋ, ਤੁਸੀਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਔਰ ਆਪਣੇ ਸੱਜਣ ਮਿੱਤਰ ਦੋਸਤਾਂ ਦੇ ਨਾਲ ਸ਼ੇਅਰ ਵੀ ਕਰ ਦੇਣਾ, ਤਾਂ ਕਿ ਕਿਸੇ ਹੋਰ ਦੀ ਵੀ ਪੜ੍ਹਾਈ ਦੇ ਵਿੱਚ ਮਦਦ ਜ਼ਰੂਰ ਹੋ ਸਕੇ। ਸੋ ਚੋਣਾਂ ਦਾ ਸਾਡੇ ਦੇਸ਼ 'ਚ ਮਹੱਤਵ ਕੀ ਹੈ? ਸਭ ਤੋਂ ਪਹਿਲੀ ਗੱਲ, ਚੋਣਾਂ ਨੂੰ ਸਾਡੇ ਦੇਸ਼ 'ਚ ਇੱਕ ਤਿਉਹਾਰ ਵਜੋਂ ਲਿਆ ਜਾਂਦਾ ਹੈ, ਇੱਕ ਤਿਉਹਾਰ ਵਜੋਂ ਲਿਆ ਜਾਂਦਾ ਹੈ। ਤੁਸੀਂ ਹੁਣ ਜਸਟ ਕੁਝ ਦਿਨ ਪਹਿਲਾਂ ਹੀ ਦੇਖਿਆ ਹੋਵੇਗਾ ਕਿ ਅਸੀਂ ਇਹ ਤਿਉਹਾਰ ਮਨਾ ਕੇ ਹਟੇ ਹਾਂ। ਹਰ ਗਲੀ ਵਿੱਚ ਢੋਲ ਨਗਾੜੇ ਔਰ ਅਸੀਂ ਜਿਹੜੀਆਂ ਸਪੀਕਰਸ ਦੇ ਉੱਤੇ ਅਲੱਗ-ਅਲੱਗ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜੋ ਦਾਅਵੇਦਾਰੀਆਂ ਅਤੇ ਜੋ ਵਾਅਦੇ ਹੈ ਉਹ ਸੁਣਦੇ ਰਹੇ ਹਾਂ। ਸੋ ਚੋਣਾਂ ਜੋ ਹੈ ਉਹ ਰਾਜਨੀਤਿਕ ਸਿੱਖਿਆਵਾਂ ਦਾ ਮੰਚ ਕਿਵੇਂ ਹੋ ਸਕਦੀਆਂ ਨੇ, ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਨੂੰ ਪਤਾ ਹੋਵੇਗਾ ਕਿ ਅਸੀਂ ਇੱਕ ਨੁਮਾਇੰਦਾ 5 ਸਾਲ ਲਈ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜ ਦਿੱਤਾ। ਹੁਣ 5 ਸਾਲਾਂ ਬਾਅਦ ਜਦੋਂ ਦੁਬਾਰਾ ਉਹ ਸਾਡੇ ਕੋਲ ਵੋਟਾਂ ਮੰਗਣ ਆਏਗਾ ਤਾਂ ਉਸ ਦੇ ਅਗੇਂਸਟ ਕੋਈ ਹੋਰ ਵੀ ਉਹਨਾਂ ਇਲੈਕਸ਼ਨ ਦੇ ਵਿੱਚ ਖੜਾ ਹੋਏਗਾ। ਸੋ ਉਹ ਕਿਸੇ ਹੋਰ ਪਾਰਟੀ ਨੂੰ ਬਿਲੋਂਗ ਕਰਦਾ ਹੋਏਗਾ। ਇਸੇ ਤਰੀਕੇ ਕੋਈ ਹੋਰ ਪਾਰਟੀ ਵੀ ਹੋ ਸਕਦੀ ਹੈ ਜਿਸ ਦਾ ਇੱਕ ਅਲੱਗ ਉਮੀਦਵਾਰ ਹੋਏਗਾ। ਜਿਵੇਂ ਕਿ ਤੁਸੀਂ ਹੁਣੇ ਰੀਸੈਂਟ ਦੇ ਵਿੱਚ ਦੇਖਿਆ ਕਿ 4 ਪਾਰਟੀਆਂ ਜੋ ਹੈ, 4 ਜਾਂ 5 ਪਾਰਟੀਜ਼ ਮੇਨਲੀ ਪੰਜਾਬ 'ਚ ਕੰਮ ਕਰ ਰਹੀਆਂ ਸੀਗੀਆਂ। ਪਹਿਲੀ ਪਾਰਟੀ ਸੀਗੀ ਸ਼੍ਰੋਮਣੀ ਅਕਾਲੀ ਦਲ, ਬਾਦਲ ਸਾਹਿਬ ਜਿਨ੍ਹਾਂ ਦੇ ਮੋਹਤਬਰ ਨੇ। दूसरी पार्टी कांग्रेस सी, तीसरी पार्टी बीजेपी सी, चौथी पार्टी आम आदमी पार्टी सी और 5वीं पार्टी संयुक्त समाज पार्टी सी जो कि संयुक्त समाज मोर्चा सी जो कि किसानां दी पार्टी सी। सो कांग्रेस ने कुछ किया या नहीं किया, ਉਹਦੀ जो ਤਿੱਖੀ ਆਲੋਚਨਾ ਸੀ ਉਹ ਹਰ ਪਾਰਟੀ ਵੱਲੋਂ ਕੀਤੀ ਜਾ ਰਹੀ ਸੀ। ਸੋ ਹਰ ਪਾਰਟੀ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ ਕਿ ਤੁਹਾਡੇ ਅਧਿਕਾਰ ਕੀ ਨੇ ਔਰ ਤੁਸੀਂ ਆਪਣੇ ਅਧਿਕਾਰ ਇਹਨਾਂ ਨੁਮਾਇੰਦਿਆਂ ਤੋਂ ਕਿਵੇਂ ਲਾਗੂ ਕਰਵਾ ਸਕਦੇ ਹੋ। ਜਿਵੇਂ ਕਿ ਅਸੀਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਨੇ ਜੋ ਵੀ MLA ਜੋ ਆਲਰੇਡੀ ਸਿਟਿੰਗ MLA ਜਾਂ MP ਜੋ ਇਲੈਕਸ਼ਨਸ ਕੈਂਪੇਨਿੰਗ ਕਰਨ ਆਏ, ਪ੍ਰਚਾਰ ਕਰਨ ਆਏ, ਚੋਣ ਪ੍ਰਚਾਰ ਕਰਨ ਆਏ, ਤਾਂ ਉਹਨਾਂ ਨੂੰ ਘੇਰਿਆ ਵੀ, ਰੋਕਿਆ ਵੀ, ਉਹਨਾਂ ਦਾ ਧਰਨਾ ਪ੍ਰਦਰਸ਼ਨ ਵੀ ਕੀਤਾ। ਇਹ ਸਾਡੇ ਅਧਿਕਾਰ ਨੇ। ਔਰ ਉਹਨਾਂ ਨੇ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਸਵਾਲ ਵੀ ਪੁੱਛੇ ਕਿ ਤੁਸੀਂ ਪਿਛਲੇ 4 ਜਾਂ 5 ਸਾਲ ਸਾਨੂੰ ਨਹੀਂ ਦਿਖੇ, ਜਾਂ ਤੁਸੀਂ ਸਾਡੇ ਪਿੰਡ ਲਈ ਕੀ ਕੀਤਾ ਹੈ, ਸਾਡੇ ਬੱਚਿਆਂ ਦੀ ਪੜ੍ਹਾਈ ਲਈ ਕੀ ਕੀਤਾ ਹੈ, ਜਾਂ ਸਾਨੂੰ ਹਸਪਤਾਲਾਂ ਦੇ ਵਿੱਚ ਸਾਡੇ ਲਈ ਕੀ ਤੁਸੀਂ ਸੁਵਿਧਾਵਾਂ ਜੋ ਸਹੂਲਤਾਂ ਜੋ ਅਵੇਲੇਬਲ ਕਰਵਾਈਆਂ ਨੇ। ਸੋ ਇੱਦਾਂ ਦੇ ਸਵਾਲ ਅਸੀਂ ਜਿਹੜੇ ਹੈ ਆਪਣੇ ਨੁਮਾਇੰਦਿਆਂ ਤੋਂ ਪੁੱਛੇ। ਸੋ ਸਾਨੂੰ ਇਹ ਸਵਾਲ ਪੁੱਛਣ ਦੀ ਜੋ ਹੱਲਾਸ਼ੇਰੀ ਹੈ ਉਹ ਵੀ ਜੇ ਦੇਖਿਆ ਜਾਵੇ ਤਾਂ ਜਿਹੜੀਆਂ ਵਿਰੋਧੀ ਪਾਰਟੀਆਂ ਸੀਗੀਆਂ ਜੋ ਇਸ ਟਾਈਮ ਸੱਤਾ ਦੇ ਵਿੱਚ ਨਹੀਂ ਸੀਗੀਆਂ, ਉਹਨਾਂ ਵੱਲੋਂ ਵੀ ਦਿੱਤੀ ਜਾ ਰਹੀ ਸੀਗੀ। ਔਰ ਉਹ ਇਹ ਬਾਰ-ਬਾਰ ਕਹਿ ਰਹੇ ਸੀ ਕਿ ਹੁਣ ਲੋਕ ਜਾਗ ਚੁੱਕੇ ਨੇ, ਲੋਕ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਨੇ, ਲੋਕ ਬਦਲਾਵ ਚਾਹੁੰਦੇ ਨੇ। ਸੋ ਲੋਕ ਬਦਲਾਵ ਚਾਹੁੰਦੇ ਨੇ। ਲੋਕਾਂ ਨੂੰ ਬਦਲਾਵ ਦੀ ਜਿਹੜੀ ਪਿੜਤ ਹੈਗੀ ਹੈ, ਉਹ ਸ਼ੁਰੂਆਤ ਜਿਹੜੀ ਹੈ, ਓਰੀਜਨ ਜੋ ਹੈ, ਜੈਨਸਿਸ ਹੈ ਇਸ ਬਦਲਾਵ ਦਾ, ਉਹ ਕਿੱਥੋਂ ਹੋਇਆ? ਉਹ ਰਾਜਨੀਤਿਕ ਸਿੱਖਿਆ ਤੋਂ ਹੋਇਆ। ਤਾਂ ਕਿ ਜਦੋਂ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਸਾਡੇ ਪਬਲਿਕ ਸਰਵੈਂਟ ਨੇ, ਸਾਡੇ ਜੋ ਅਫਸਰ ਨਿਯੁਕਤ ਕੀਤੇ ਜਾਂਦੇ ਹੈ ਔਰ ਜਿਨ੍ਹਾਂ 'ਤੇ ਜੋ ਸਾਡੇ ਚੁਣੇ ਹੋਏ ਨੁਮਾਇੰਦਿਆਂ ਦਾ ਕੰਟਰੋਲ ਹੈ ਉਹ ਵੀ ਪਬਲਿਕ ਸਰਵੈਂਟ ਨੇ, ਅਸੀਂ ਉਹਨਾਂ ਤੋਂ ਆਪਣੇ ਵਿਕਾਸ ਦੇ ਕਾਰਜ ਕਰਵਾਉਣੇ ਨੇ। ਸੋ ਉਹ ਸਾਡੇ ਮਾਈ ਬਾਪ ਨਹੀਂ ਹੈ ਜੋ ਅਸੀਂ ਉਹਨਾਂ ਦੇ ਪੈਰੀ ਹੱਥ ਲਾਉਂਦੇ ਰਹੀਏ ਜਾਂ ਉਹਨਾਂ ਦੀਆਂ ਮਿੰਨਤਾਂ ਮੁਤਾਜ਼ੀਆਂ ਕਰਦੇ ਰਹੀਏ ਕਿ ਉਹ ਸਾਡੇ ਲਈ ਵਿਕਾਸ ਕਰਨ ਅਤੇ ਉਹ ਭ੍ਰਿਸ਼ਟਾਚਾਰ ਕਰਦੇ ਰਹਿਣ। ਸੋ ਇਹ ਸਾਰੀਆਂ ਗੱਲਾਂ ਜੋ ਹੈ ਅਸੀਂ ਚੋਣਾਂ ਦੇ ਦੌਰਾਨ ਹੀ ਸਿੱਖੀਆਂ ਨੇ। ਸੋ ਇਹ ਇੱਕ ਵੱਡਾ ਮੌਕਾ ਹੈ, ਜਦੋਂ ਵੀ ਚੋਣਾਂ ਹੋਣ ਉਦੋਂ ਰਾਜਨੀਤਿਕ ਸਿੱਖਿਆ ਦਾ ਪ੍ਰਚਾਰ ਪ੍ਰਸਾਰ ਹੁੰਦਾ ਹੈ। ਠੀਕ ਹੈ ਜੀ। ਸੋ ਮੈਂ ਸਮਝਾ ਦਿੱਤਾ ਕਿ ਚੋਣਾਂ ਲੋਕਤੰਤਰ 'ਚ ਇੱਕ ਤਿਉਹਾਰ ਹੁੰਦੀਆਂ ਨੇ। ਠੀਕ ਹੈ ਜੀ। ਚੋਣਾਂ ਨਾਲ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਮਿਲਦੀ ਹੈ। ਚੋਣਾਂ ਨਾਲ ਨਾਗਰਿਕਾਂ ਨੂੰ ਪ੍ਰਸ਼ਾਸਨ ਦੇ ਕੰਮਾਂ ਵਿੱਚ ਭਾਗ ਲੈਣ ਦਾ ਮੌਕਾ ਮਿਲਦਾ ਹੈ। ਪ੍ਰਸ਼ਾਸਨ ਦੇ ਕੰਮਾਂ ਵਿੱਚ ਭਾਗ ਕਿਵੇਂ ਲੈ ਸਕਦੇ ਨੇ? ਜਿਵੇਂ ਕਿ ਮੈਂ ਹੁਣੇ ਦੱਸ ਰਿਹਾ ਸੀ ਕਿ ਵਿਕਾਸ ਕਾਰਜਾਂ 'ਤੇ ਪ੍ਰਸ਼ਨ ਪੁੱਛ ਕੇ ਕਿ ਤੁਸੀਂ ਦੇਸ਼ ਇਲਾਕੇ ਦੇ ਵਿਕਾਸ ਲਈ MLA ਸਾਹਿਬ ਕੀ ਕੀਤਾ। ਠੀਕ ਹੈ ਜੀ। ਸੋ ਇਹ ਵੀ ਪ੍ਰਸ਼ਾਸਨ ਹੀ ਹੈ, ਐਡਮਿਨਿਸਟ੍ਰੇਸ਼ਨ ਹੀ ਹੈ ਜੋ ਰੈਗੂਲਰ ਤੌਰ 'ਤੇ ਜੋ ਸਾਡੇ ਚੁਣੇ ਹੋਏ ਨੁਮਾਇੰਦੇ ਕਰ ਰਹੇ ਨੇ। ਹੁਣ ਜਦੋਂ ਕੋਈ ਇੱਕ ਨਾਗਰਿਕ ਐਸਾ ਵੀ ਹੋ ਸਕਦਾ ਜਿਹਦੇ ਵਿੱਚ ਲੀਡਰਸ਼ਿਪ ਸਕਿੱਲਸ ਹੋਣਗੇ ਅਤੇ ਉਹ ਇਸ ਚੀਜ਼ ਨੂੰ ਸਮਝ ਰਿਹਾ ਹੋਵੇਗਾ ਕਿ ਪ੍ਰਸ਼ਾਸਨ ਜੋ ਹੈ ਚਲਾਉਣਾ ਉਹ ਇੱਕ ਆਸਾਨ ਕੰਮ ਹੈ ਮੇਰੀ ਕੈਪੇਬਿਲਿਟੀਜ਼ ਦੇ ਅਨੁਸਾਰ। ਔਰ ਜਦੋਂ ਉਸਨੂੰ ਪ੍ਰਸ਼ਾਸਨ
ਦੇ ਹੋਣ ਵਾਲੇ ਕੰਮਾਂ ਦਾ ਤਰੀਕਾ ਪਤਾ ਲੱਗ ਜਾਵੇ ਤਾਂ ਉਹਦੇ ਵਿੱਚ ਆਤਮ ਵਿਸ਼ਵਾਸ ਆਪਣੇ ਆਪ ਪੈਦਾ ਹੋ ਜਾਂਦਾ ਹੈ। ਦੂਸਰਾ ਜੋ ਹੈ ਪੁਆਇੰਟ, ਵਿਅਕਤੀ ਦੇ ਗੌਰਵ ਵਿੱਚ ਵਾਧਾ। ਇਸ ਪੁਆਇੰਟ ਨੂੰ ਸਮਝਣ ਤੋਂ ਪਹਿਲਾਂ ਆਪਾਂ ਇਹ ਸਮਝਦੇ ਹਾਂ ਕਿ ਜਦੋਂ ਰਾਜੇ ਮਹਾਰਾਜਿਆਂ ਦਾ ਯੁੱਗ ਸੀ ਤਾਂ ਰਾਜਾ ਜੋ ਕਹਿ ਦਿੰਦਾ ਸੀ, ਜੇ ਰਾਜਾ ਕਹਿ ਦਿੰਦਾ ਸੀ ਦਿਨ ਵੇਲੇ ਵੀ ਰਾਜਾ ਕਹਿ ਦਿੰਦਾ ਸੀ, ਹੁਣ ਰਾਤ ਤਾਂ ਸਾਰੀ ਜਨਤਾ ਕਹਿ ਦਿੰਦੀ ਸੀ ਹੁਣ ਹਾਂਜੀ ਹਾਂਜੀ ਬਿਲਕੁਲ ਰਾਤ ਹੈ, ਕਿਉਂਕਿ ਕਿਸੇ ਕੋਈ ਵੀ ਰਾਜਾ ਦੇ ਵਿਰੁੱਧ ਆਵਾਜ਼ ਚੱਕ ਕੇ ਆਪਣੀ ਗਰਦਨ ਵਢਾਉਣ ਦੀ ਹਿੰਮਤ ਨਹੀਂ ਰੱਖਦਾ ਸੀ। ਲੇਕਿਨ ਹੁਣ ਤੁਸੀਂ ਇੱਕ ਚੀਜ਼ ਦੇਖੋ ਕਿ ਜਦੋਂ ਸਾਡੇ ਨੁਮਾਇੰਦੇ ਚੁਣਨ ਦਾ ਸਾਨੂੰ ਅਧਿਕਾਰ ਦੇ ਦਿੱਤਾ ਗਿਆ ਹੈ, ਆਪਣੇ ਪ੍ਰਤੀਨਿਧੀਆਂ ਨੂੰ ਅਸੀਂ ਆਪ ਚੁਣ ਸਕਦੇ ਹਾਂ, ਤਾਂ ਉਹਨਾਂ ਪ੍ਰਤੀਨਿਧੀਆਂ ਨੂੰ 5 ਸਾਲਾਂ ਬਾਅਦ ਸਮਾਂ ਖਤਮ ਹੋਣ ਤੋਂ ਬਾਅਦ ਜਿਹੜੀ ਅਸੀਂ ਉਹਨਾਂ ਨੂੰ ਟਰਮ ਦਿੰਦੇ ਹਾਂ, ਉਹਨਾਂ ਨੂੰ ਵੋਟਾਂ ਮੰਗਣ ਦੇ ਲਈ ਸਾਡੇ ਕੋਲ ਸਾਡੇ ਘਰ ਘਰ ਤੱਕ ਆਉਣਾ ਪੈਂਦਾ ਹੈ। ਔਰ ਅਸੀਂ ਚਾਹੇ ਚੰਗੀਆਂ ਚਾਹੇ ਮੰਦੀਆਂ ਜਿਹੋ ਜਿਹੀਆਂ ਮਰਜ਼ੀ ਗੱਲਾਂ ਸੁਣਾਈਏ, ਉਹਨਾਂ ਨੂੰ ਤਾਂ ਵੀ ਹੱਥ ਜੋੜ ਕੇ ਉਹ ਗੱਲਾਂ ਜਿਹੜੀਆਂ ਹੈ ਸੁਣਨੀਆਂ ਪੈਂਦੀਆਂ ਹੈ। ਮਤਲਬ ਕਿ ਇਸ ਜਗ੍ਹਾ 'ਤੇ ਜੋ ਜਨਤਾ ਜਨਾਰਦਨ ਹੈ, ਜੋ ਇੱਕ ਆਮ ਵੋਟਰ ਹੈ, ਇੱਕ ਆਮ ਵਿਅਕਤੀ ਹੈ, ਉਹ ਆਪਣੇ ਆਪ ਨੂੰ ਤਾਂ ਹੀ ਕਹਿੰਦੇ ਆ ਕਿ 5 ਦਿਨ ਰਾਜਿਆਂ ਦੇ ਹੁੰਦੇ ਆ, 5 ਦਿਨ ਜੋ ਹੈ ਉਹ ਸਾਡੇ ਚੁਣੇ ਹੋਏ ਨੁਮਾਇੰਦਿਆਂ ਦੇ ਹੁੰਦੇ ਆ। ਅਸੀਂ ਉਹਨਾਂ ਨੂੰ ਰਾਜਾ ਹੀ ਮੰਨ ਰਹੇ ਹਾਂ ਅੱਜ ਦੇ ਸਮੇਂ 'ਚ, ਮਾਡਰਨ ਰਾਜੇ ਨੇ ਉਹ, ਅਤੇ ਇੱਕ ਦਿਨ ਆਮ ਵੋਟਰ ਦਾ, ਆਮ ਵਿਅਕਤੀ ਦਾ ਹੁੰਦਾ ਹੈ। ਸੋ ਉਸ ਦਿਨ ਉਹ ਵਿਅਕਤੀ ਆਪਣੇ ਆਪ ਨੂੰ ਨੇਤਾ ਸਮਝਦਾ ਹੈ, ਜਾਂ ਫਿਰ ਜਿਸ ਨੇਤਾ ਨਾਲ ਉਸਦੀ ਅਲਾਈਨਮੈਂਟ ਹੁੰਦੀ ਹੈ, ਜਿਸ ਨਾਲ ਉਸਦੇ ਵਿਚਾਰ ਮਿਲਦੇ ਹਨ, ਵਿਚਾਰਧਾਰਾ ਮਿਲਦੀ ਹੈ, ਉਹ ਉਸ ਵਿੱਚ ਆਪਣਾ ਹੀ ਅਕਸ ਦੇਖ ਰਿਹਾ ਹੁੰਦਾ ਹੈ। ਉਹ ਇਹ ਮੰਨ ਰਿਹਾ ਹੁੰਦਾ ਹੈ ਕਿ ਮੈਂ ਵੀ ਨੇਤਾ ਹਾਂ। ਮਤਲਬ ਜੇ ਇਹ ਪਰਟੀਕੂਲਰ ਇੱਕ ਉਮੀਦਵਾਰ ਜਿੱਤ ਜਾਂਦਾ ਹੈ ਤਾਂ ਉਹ ਮੇਰਾ ਨੇਤਾ ਹੋਏਗਾ। ਸੋ ਉਹ ਨੇਤਾ ਮਤਲਬ ਮੈਂ ਨੇਤਾ। ਸੋ ਚੋਣਾਂ ਦੌਰਾਨ ਹਰ ਵਿਅਕਤੀ ਆਪਣੇ ਆਪ ਨੂੰ ਨੇਤਾ ਸਮਝਦਾ ਹੈ, ਕਿਉਂਕਿ ਚੋਣਾਂ ਜੋ ਹੈ ਉਹ ਸਵੈ ਸਤਿਕਾਰ, ਸੈਲਫ ਰਿਸਪੈਕਟ ਦੀ ਜੋ ਭਾਵਨਾ ਹੈ ਉਹ ਪੈਦਾ ਕਰਦੀ ਹੈ। ਕਿਉਂਕਿ ਤੁਸੀਂ ਆਪਣੇ ਆਪ ਨੂੰ ਰਾਜਾ ਸਮਝ ਰਹੇ ਹੋ, ਆਪਣੇ ਆਪ ਨੂੰ ਰਾਜਾ ਸਮਝ ਰਹੇ। ਨਹੀਂ ਤਾਂ ਕੀ ਹੁੰਦਾ ਸੀ, ਜਦੋਂ ਰਾਜੇ ਮਹਾਰਾਜਾ ਦਾ ਸਮਾਂ ਹੁੰਦਾ ਸੀਗਾ ਉਦੋਂ ਤੁਹਾਡੇ ਵਿੱਚ ਇੱਕ ਹੀਨ ਭਾਵਨਾ ਹੁੰਦੀ ਸੀ, ਤੁਸੀਂ ਆਪਣਾ ਆਤਮ ਵਿਸ਼ਵਾਸ ਜ਼ਾਹਰ ਨਹੀਂ ਕਰ ਪਾਉਂਦੇ ਸੀ, ਤੁਸੀਂ ਆਪਣੇ ਆਪ ਨੂੰ ਅਧੀਨਸਥ ਮੰਨਦੇ ਸੀਗੇ। ਜਦੋਂ ਅਧੀਨਸਥ ਮੰਨੇਗਾ ਤਾਂ ਇੱਕ ਵਿਅਕਤੀ ਦੀ ਜੋ ਡਿਗਨਿਟੀ ਹੈ, ਜੋ ਸੈਲਫ ਰਿਸਪੈਕਟ ਹੈ, ਉਹ ਹਮੇਸ਼ਾ ਡਾਊਨ ਹੀ ਰਹੇਗੀ, ਅਤੇ ਉਹ ਆਪਣੀ ਨਜ਼ਰ ਦੇ ਵਿੱਚ ਹੀ ਆਪਣੇ ਆਪ ਨੂੰ ਜੋ ਹੈ ਉਹ ਹੀਨ ਮੰਨਦਾ ਰਹੇਗਾ, ਅਤੇ ਉਹਦੇ ਅੰਦਰ ਆਪਣੇ ਆਪ ਦਾ ਜੋ ਸਵੈ ਆਤਮ ਵਿਸ਼ਵਾਸ ਦੇ ਨਾਲ ਨਾਲ ਆਪਣੇ ਆਪ ਦੀ ਆਪ ਹੀ ਜੋ ਇੱਜ਼ਤ ਕਰਨ ਦੀ ਇੱਛਾ ਹੈ ਕਦੇ ਵੀ ਨਹੀਂ ਜਾਗੇਗੀ। ਲੇਕਿਨ ਚੋਣਾਂ ਦੌਰਾਨ ਤਾਂ ਉਹ ਆਪਣੇ ਆਪ ਨੂੰ ਰਾਜਾ ਮੰਨ ਰਿਹਾ ਹੈ, ਤਾਂ ਇਸ ਕਰਕੇ ਉਸ ਦੇ ਵਿੱਚ ਸਵੈ ਸਤਿਕਾਰ ਦੀ ਭਾਵਨਾ ਵੀ ਪੈਦਾ ਹੋ ਜਾਂਦੀ ਹੈ। ਉਸ ਤੋਂ ਬਾਅਦ ਜੇ ਤਾਂ ਉਹਦੀ ਪਸੰਦ ਦਾ ਉਮੀਦਵਾਰ ਜਿੱਤ ਜਾਵੇ ਫਿਰ ਤਾਂ ਉਹਨੂੰ ਹੋਰ ਵੀ ਜ਼ਿਆਦਾ ਜੋ ਹੈ ਫਖਰ ਮਹਿਸੂਸ ਹੁੰਦਾ ਹੈ। ਸੋ ਤੀਸਰਾ ਪੁਆਇੰਟ ਹੈ, ਚੋਣਾਂ ਸਰਕਾਰ ਨੂੰ ਨਿਰੰਕੁਸ਼ ਹੋਣ ਤੋਂ ਰੋਕਦੀਆਂ ਹਨ। ਹੁਣ ਇੱਥੇ ਇੱਕ ਕਨਸੈਪਟ ਸਮਝਦੇ ਹਾਂ, ਸਰਕਾਰ ਕਿਵੇਂ ਬਣ ਰਹੀ ਹੈ। ਹਾਲੇ ਤੱਕ ਤਾਂ ਮੈਂ ਤੁਹਾਨੂੰ ਇੱਕ ਹਾਊਸ ਬਣਾਉਣਾ ਦੱਸਿਆ ਹੈ। ਉਹ ਹਾਊਸ ਚਾਹੇ ਲੋਕ ਸਭਾ ਸੀਗਾ ਚਾਹੇ ਵਿਧਾਨ ਸਭਾ ਸੀਗਾ, ਜਿਹਦੇ ਵਿੱਚ ਤੁਸੀਂ ਆਪਣੇ ਨੁਮਾਇੰਦੇ ਚੁਣ ਕੇ ਭੇਜੇ। ਲੇਕਿਨ ਹੁਣ ਅਸੀਂ ਸਰਕਾਰ ਬਣਾਉਣੀ ਵੀ ਸਿੱਖਾਂਗੇ, ਕਿਉਂਕਿ ਸ਼ਾਸਨ ਦੇ 3 ਅੰਗ ਹੁੰਦੇ ਹਨ। ਸ਼ਾਸਨ ਦੇ 3 ਅੰਗ ਹੁੰਦੇ ਹਨ, ਜਿਨ੍ਹਾਂ 'ਚ ਇੱਕ ਹੈ ਲੈਜਿਸਲੇਟਿਵ, ਠੀਕ ਹੈ ਜੀ, ਜਿਨ੍ਹਾਂ ਵੱਲੋਂ ਕਾਨੂੰਨ ਬਣਾਏ ਜਾਂਦੇ ਹੈ। ਦੂਸਰੀ ਹੁੰਦੀ ਹੈ ਐਗਜ਼ੀਕਿਊਟਿਵ, ਅਤੇ ਤੀਸਰੀ ਹੁੰਦੀ ਹੈ ਤੁਹਾਡੀ ਜੁਡੀਸ਼ਰੀ, ਠੀਕ ਹੈ ਜੀ। ਤੋ ਹੁਣ ਮੈਂ ਤੁਹਾਨੂੰ ਜੋ ਲੈਜਿਸਲੇਟਿਵ ਦੀ ਮੈਂ ਗੱਲ ਕਰ ਰਿਹਾ ਹਾਂ, ਹਾਊਸਿਸ ਬਾਰੇ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ। ਹੁਣ ਮੈਂ ਤੁਹਾਨੂੰ ਐਗਜ਼ੀਕਿਊਟਿਵ ਬਾਰੇ ਯਾਨੀ ਕਿ ਸਰਕਾਰ ਬਾਰੇ ਦੱਸਣਾ ਕਿ ਸਰਕਾਰ ਕਿਵੇਂ ਬਣਦੀ ਹੈ। ਸੋ ਆਪਾਂ ਪੰਜਾਬ ਸਟੇਟ ਦੀ ਹੀ ਐਗਜ਼ਾਮਪਲ ਲੈਂਦੇ ਹਾਂ। ਮੈਨੂੰ ਪਤਾ ਹੈ ਮੈਂ ਪੰਜਾਬ ਜਾਂ ਪਹਿਲੇ ਮੈਂ ਦੇਸ਼ ਦੀ ਸਰਕਾਰ ਬਣਵਾ ਦੇਣਾ, ਚਲੋ MPs ਚੁਣ ਕੇ, ਉਸ ਤੋਂ ਬਾਅਦ ਉੱਥੋਂ ਦੀ ਮੈਂ PM ਬਣਵਾ ਕੇ ਫਿਰ ਆਫਟਰ ਦੈਟ ਮੈਂ CM ਬਣਵਾਉਣਾ ਵਾ, ਠੀਕ ਹੈ ਜੀ। ਸੋ ਆਪਾਂ ਸਰਕਾਰ ਬਣਾਉਣੀ ਸਿੱਖਦੇ ਹਾਂ। ਇਹ ਇਮੈਜਿਨ ਕਰ ਲਓ ਕਿ ਤੁਸੀਂ ਲੋਕ ਸਭਾ, ਮਿਕਸ ਭਾਸ਼ਾ ਹੋ ਗਈ, ਠੀਕ ਹੈ ਜੀ। ਲੋਕ ਸਭਾ ਦੇ ਵਿੱਚ ਤੁਹਾਡੇ 543 MP ਚੁਣ ਕੇ ਤੁਸੀਂ ਭੇਜਣੇ ਹੁੰਦੇ ਹੈ। 543 ਜੋ ਹੈ MP ਚੁਣ ਕੇ ਭੇਜਣੇ ਹੁੰਦੇ ਹੈ। ਸਪੋਜ਼ ਕਰ ਲਓ ਭਾਰਤ ਦੇ ਵਿੱਚ ਬਹੁਦਲੀ ਜੋ ਲੋਕਤੰਤਰ ਹੈ, ਬਹੁਦਲੀ ਲੋਕਤੰਤਰ ਦਾ ਮਤਲਬ ਹੈ
कि कोई भी व्यक्ति अपनी पार्टी बना सकता है। जिवें कि हुण रीसेंट ਦੇ ਵਿੱਚ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਦੇਖਣ ਨੂੰ ਮਿਲੀ ਸੀ, ਸੰਯੁਕਤ ਸਮਾਜ ਮੋਰਚਾ, ਜੋ ਕਿ ਕਿਸਾਨੀ ਮੋਰਚੇ ਚੋਂ ਨਿਕਲ ਕੇ ਆਈ ਸੀ। ਉਸੇ ਤਰੀਕੇ ਆਮ ਆਦਮੀ ਪਾਰਟੀ ਵੀ ਹਾਲੇ 2012 ਜਾਂ 2013 ਦੇ ਵਿੱਚ ਬਣੀ ਪਾਰਟੀ ਹੈ, 10 ਸਾਲ ਹੀ ਹੋਏ ਹੈ ਉਸ ਪਾर्टी ਨੂੰ बने हुए। ठीक है जी, तो बहुदलीय लोक प्रणाली है। सो कहने का भाव कि सपोज कर लो कि मैं मनता हाँ कि कांग्रेस एक पार्टी बीजेपी एक पार्टी है तुहाडी श्रोमणी अकाली दल लगा लें, चलो ठीक है, एक पार्टी लगा लें आम आदमी पार्टी। ठीक है जी, हुण की होया कि मैं सब तो पहले एक कॉन्स्टिट्यूएंसी की गल करता हाँ। एक कॉन्स्टिट्यूएंसी मैं अमृतसर की गल कर लेना, अमृतसर। ठीक है जी, अमृतसर दे विच अमृतसर एक लोक सभा कॉन्स्टिट्यूएंसी है, यानी कि इत्थों एक नुमाइंदा चुनिया जाएगा जो कि 20 लाख लोगों को रिप्रजेंट करेगा। ऑलमोस्ट मतलब नेड़े तेड़े 20 लाख की आबादी ही हर लोक सभा कॉन्स्टिट्यूएंसी की होंगी है। लुधियाने की भी 20 लाख के आसपास होएगी। सो अमृतसर का मतलब अमृतसर शहर नहीं है, अमृतसर के नेड़े तेड़े के पिंडों को भी नाल ही इंक्लूड किया जा सकता है। जिवें इसके नाल ही लगती एक सीट है खडूर साहिब, उसी तरीके जलंधर एक अपने आप के एक सीट है, हुशियारपुर एक अलग सीट है। सो इस तरह दी सीटां जो है 13 सीटां ने लोक सभा दे जो कि पंजाब नूं मिलियां हुई हैं। जिवें कि मैं पहला भी दस चुके यूपी के लोक सभा दी 80 सीटां जो कि सब तो ज़्यादा ने। ठीक है, हुण अमृतसर दे विच एक ही नुमाइंदा जो है चुन के लोक सभा दे विच भेजिया जा सकता है। सो चारों पार्टियां ने अपने अपने कैंडीडेट जो है वो अमृतसर दे विच प्लांट किते। सो लेकिन जो जितया वो कांग्रेस का कैंडीडेट जितया, यानी कि तुहाडे कांग्रेस तो जित के गए सी औजला साहब गुरजीत सिंह औजला जी जिते हुए ने अमृतसर तो। ठीक है जी, तो उसी तरीके लुधियाने तो भी कोई जितया होएगा, लुधियाने तो जिते हुए ने जी रवनीत सिंह बिट्टू जी। ठीक है जी, कहने का भाव है कि हर पार्टी ने अपना अपना कैंडीडेट लगाया सीगा। जिवें बीजेपी ने इत्थे कैंडीडेट अमृतसर दे विच प्लांट किया सी हरदीप सिंह पुरी जी नूं। इसी तरीके श्रोमणी अकाली दल उस टाइम बीजेपी नाल गठबंधन सीगा, आम आदमी पार्टी ने भी कोई कैंडीडेट लगाया होएगा। उस तरीके लुधियाने दे विच सो बहुदलीय प्रणाली होने करके हर सीट पर हर लोक सभा कॉन्स्टिट्यूएंसी हर पार्टी वालों अपने अपने नुमाइंदे जो है वो प्लांट किए जाएंगे। हुण लोगों वालों जो है वोटां पाईयां जाणगियां और गुरजीत सिंह औजला जी नूं सब तो वध वोटां पै गईयां, तो जिहदे करके जो है वो चुन के मैंबर ऑफ पार्लीमेंट बन गए। हुण मैंबर ऑफ पार्लीमेंट तो तुसीं बन चुके हो जनाब, लेकिन हुण वारी आ गई कि सरकार किहड़ी पार्टी की बनेगी। हुण सपोज कर लो कि जिहड़ी कांग्रेस पार्टी है 543 सीटां ने। ठीक है जी, कांग्रेस पार्टी है उसनूं 150 सपोज कर लो कि 150 जो है वो सीटां मिल जांदियां है, मतलब 150 लोक सभा कॉन्स्टिट्यूएंसी दे विच पूरे इंडिया दे विच जो है वो कांग्रेस पार्टी जो है वो चुनी जाती है। इस तरीके बीजेपी नूं जो मिल जांदियां है वो मिल जांदियां 290। ठीक है जी, ये हो गए ऑलमोस्ट 440 के आसपास। ठीक है जी, 440 के आसपास आ हो गए। 50 इन्हों मिल गई जी। ठीक है जी, श्रोमणी अकाली दल नूं 53 जो मिल गई आम आदमी पार्टी को। ठीक है जी, हुण मैं 543 सीटां जो है वंड दित्तियां ने। सो लोक सभा दे विच जे तुसीं सरकार बनाउणी है, लोक सभा दे विच जे तुसीं सरकार बनाउणी है तां तुहाडे कोलों 50% +1 की मेजोरिटी होनी जरूरी है। मतलब तुहाडे कोलों 272 प्लस सीटां होनियां जरूरी है जे तुसीं अपना PM बनाना चाहते हो, जे तुसीं अपने मंत्री बनाना चाहते हो, जे तुसीं अपनी सरकार बनाना चाहते हो। सरकार का मतलब इत्थे PM प्लस काउंसिल ऑफ मिनिस्टर यानी कि मंत्रियों तो है। सो 272 प्लस सीटां चाहिए। एक किहदे कोल आ गई है मेजोरिटी, ये मेजोरिटी जिन्हों बहुमत कहने आं पंजाबी ये बहुमत आ गया बीजेपी दे कोल। बीजेपी को शायद 300 के आसपास कुछ सीटां इस टाइम भी हैगियां ने मौजूदा सरकार दे विच। ठीक है जी, सो बीजेपी दा जो भी PM कैंडीडेट होएगा, जो भी इन्हां दा सब तो स्ट्रोंग लीडर होएगा, वो 290 लोगों के साइन लैके जो है वो राष्ट्रपति जी कोल जाएगा। ठीक है जी, जाके कहेगा कि जी मैं प्रधानमंत्री बनना चाहना हाँ, तो
ਮੇਰੇ ਕੋਲ ਮੇਰੀ ਪਾर्टी ਦੇ 290 ਲੋਕ ਜਿੱਤੇ ਹੈ ਔਰ ਮੇਰੇ ਕੋਲ ਉਹਨਾਂ 290 ਲੋਕਾਂ ਦਾ ਜੋ ਹੈ ਉਹ ਸਮਰਥਨ ਹੈ। ਸੋ ਇਸ ਕੇਸ ਦੇ ਵਿੱਚ ਜੋ ਰਾਸ਼ਟਰਪਤੀ ਜੀ ਨੇ ਉਹ ਕਹਿ ਦੇਣਗੇ ਕਿ ਠੀਕ ਹੈ ਤੁਸੀਂ ਆਪਣੇ 290 ਲੋਕਾਂ ਦੇ ਜਾਂ ਤਾਂ ਸਾਈਨ ਤਾਂ ਚਲੋ ਲੈ ਆਏ ਹੋ, ਮੈਂ ਨਾ ਉਹਨਾਂ ਨੂੰ ਦੇਖਣਾ ਵੀ ਚਾਹੁੰਦਾ ਹਾਂ, ਤੁਸੀਂ ਉਹਨਾਂ ਦੀ ਮੇਰੇ ਸਾਹਮਣੇ ਪਰੇਡ ਕਰਵਾ ਦਿਓ। ਔਰ ਜੋ ਨਰਿੰਦਰ ਮੋਦੀ ਜੀ ਜੋ ਕਿ ਇਸ ਬਹੁਮਤ ਦੇ ਨੇਤਾ ਨੇ, ਕਿਉਂਕਿ ਇਹ 290 ਦੇ ਵਿੱਚੋਂ 289 ਲੋਕ ਯਾਨੀ ਕਿ ਇੱਕ ਤਾਂ ਨਰਿੰਦਰ ਮੋਦੀ ਜੀ ਖੁਦ ਹੋ ਗਏ, ठीक है जी। सो 289 लोग जो है वो सहमत है कि उन्होंने जो नेता है इस बहुमत के जो नेता है वो कौन ने, वो नरेंद्र मोदी जी ने। कोई भी उन्होंने कंटेंट नहीं कर रहा पार्टी दे विचों, ठीक है। सो नरेंद्र मोदी ने जो है वो की बना दिता जाएगा, उन्होंने बना दिता जाएगा PM, ठीक है। हुण उस तो बाद इस PM वालों यानी कि नरेंद्र मोदी जी वालों अपने जो है वो मंत्री जो है वो चुने जाणगे, जो कि आपां इस तो पिछले चैप्टर दे विच यानी कि चैप्टर नंबर 12 दे विच ये सारियां गल्लां पढ़नियां सी, लेकिन मैं तुहानूं एडवांस पढ़ा दित्तियां ताकि तुसीं ये सब कुछ ईजीली समझ पाओ कि चोणां दा साडे की महत्व है साडे लोकतंत्र च। हुण सेम आही प्रोसैस, ये तो चलो नैशनल लैवल ते हो गए, तुसीं PM चुन लिया, MP बनाए सी, MP तो सारे MP तो तुसीं की कर लिया, MP तो सरकार बना के PM जो है वो केंद्र सरकार जो है वो चुन दित्ती गई है, ठीक है जी। उस तो बाद इस तरीके ही तुसीं जे पंजाब की गल करो तो पंजाब दे विच तुसीं 117 सीटां ने जी, 117 सीटां ने, 117 सीटां दे विच जिस पार्टी नूं ऑलमोस्ट 59 सीटां जो है वो मिल जाणगियां वो सरकार बना लेगी। और इस टाइम ते जो आम आदमी पार्टी नूं मैंडेट मिलिया वो किन्ने दा मिलिया 92 सीट्स दा। सो आम आदमी पार्टी ने अपनी सरकार बना ली है और उन्हों का CM फेस सी भगवंत मान जी, और भगवंत मान जी गवर्नर साहब को गए और जाके कहा कि गवर्नर साहब मेरे को 91 लोगों का जो है समर्थन है, सो मैनू CM बना दिता जाए। सो गवर्नर ने उन्होंने CM बना दिता। सो हुण तक मैं तुहानूं सरकार बनानी सिखा चुकिया वां। हुण आपां वापस चलते हैं कि चोणां दा की महत्व है। हुण तुसीं बहुत ईजीली इन्हां चीज़ां नूं समझ पाओगे। तीजा जो पॉइंट है जो असीं पढ़ना है वो यह है कि चोणां सरकार नूं निरंकुश होण तो रोकदियां हन। जिवें कि राजे महाराजे हुंदे सी, ठीक है, तां पता हुंदा सी कि राजे दा बेटा है वही अगों राजा बनेगा। लेकिन की तुहानूं लगदा है कि संसदी लोकतंत्र दे विच जिथे असीं अपने नुमाइंदियां नूं हर 5 साल बाद चुन रहे हां तां ਉਹ ਨਿਰੰਕੁਸ਼ ਹੋ ਕੇ यानी कि ਆਟੋਕ੍ਰੇਸੀ ਨਾਲ, ਆਪਣੀ ਤਾਨਾਸ਼ਾਹੀ ਨਾਲ, ਆਪਣੀ ਮਰਜ਼ੀ ਨਾਲ ਕਦੇ ਵੀ ਕੋਈ ਵੀ ਕਾਨੂੰਨ ਬਣਾਉਣ ਤੇ ਅਸੀਂ ਚੂੰ ਵੀ ਨਾ ਕਰੀਏ। यानी कि ਅਸੀਂ ਜੇ ਚੂੰ ਕਰਾਂਗੇ ਤਾਂ ਸਾਡੀ ਗਰਦਨ ਵੱਢ ਦਿੱਤੀ ਜਾਏਗੀ। ਕੀ ਤੁਸੀਂ ਇਹ ਅੱਜ ਦੇ ਲੋਕਤੰਤਰ ਦੇ ਵਿੱਚ ਇਮੇਜਿਨ ਜਾਂ ਕਲਪਨਾ ਕਰ ਪਾ ਰਹੇ ਹੋ? ਇੱਦਾਂ ਹੋਏਗਾ? ਨਹੀਂ ਹੋ ਸਕਦਾ। ਸੋ ਸਰਕਾਰ ਜੋ ਹੈ, ਸਰਕਾਰ ਮੈਂ ਦੱਸ ਚੁੱਕਿਆ ਆਲਰੇਡੀ ਕਿ ਨਰਿੰਦਰ ਮੋਦੀ ਜੀ ਹੋ ਗਏ ਸੈਂਟਰ ਦੇ ਵਿੱਚ ਤੇ ਇਸੇ ਤਰੀਕੇ ਭਗਵੰਤ ਮਾਨ ਜੀ ਹੋ ਗਏ। ਹੁਣ ਭਗਵੰਤ ਮਾਨ ਜੀ ਨੂੰ ਲੋਕਾਂ ਨੇ 5 ਸਾਲ ਦਾ ਮੈਂਡੇਟ ਦਿੱਤਾ ਹੈ, ਠੀਕ ਹੈ। ਚੋਣਾਂ ਵਿੱਚ ਉਹਨਾਂ ਨੂੰ ਬਹੁਮਤ ਮਿਲਿਆ ਹੈ, ਚੋਣਾਂ ਵਿੱਚ ਬਹੁਮਤ ਪ੍ਰਾਪਤ ਕਰਨ ਲਈ ਦਲ ਨੂੰ ਜੋ ਹੈ ਉਹ ਸਰਕਾਰ ਬਣਾਈ ਹੈ ਆਮ ਆਦਮੀ ਪਾਰਟੀ ਨੇ, ਠੀਕ ਹੈ। ਹੁਣ ਜੇ ਇਹ ਚੁਣੀ ਹੋਈ ਸਰਕਾਰ ਜੋ ਹੈ ਲੋਕਾਂ ਦੀ ਇੱਛਾਵਾਂ नहीं ਮੰਨੇਗੀ, ਜਿਵੇਂ ਕਿ ਲੋਕਾਂ ਨੂੰ ਜਿਹੜੀਆਂ ਬੇਸਿਕ ਸਹੂਲਤਾਂ ਚਾਹੀਦੀਆਂ ਨੇ, ਐਜੂਕੇਸ਼ਨ ਦੀ ਗੱਲ ਇਹਨਾਂ ਨੇ ਕੀਤੀ ਸੀ ਆਪਣੇ ਚੋਣ ਮੈਨੀਫੈਸਟੋ 'ਚ, ਹਸਪਤਾਲਾਂ ਦੀ ਗੱਲ ਕੀਤੀ ਸੀ। ਸੋ ਜੇ ਇਹ ਲੋਕਾਂ ਦੀ ਇੱਛਾਵਾਂ 'ਤੇ ਖਰੇ ਨਹੀਂ ਉਤਰਨਗੇ ਜਾਂ ਲੋਕਾਂ ਦੇ ਕਲਿਆਣ ਤੋਂ ਮੂੰਹ ਮੋੜਨਗੇ, ਲੋਕਾਂ ਨੂੰ ਸਹੂਲਤਾਂ ਨਹੀਂ ਦੇਣਗੇ, ਆਪਣੀ ਮਨਮਾਨੀ ਕਰਨਗੇ, ਕੋਈ ਵੀ ਕਾਨੂੰਨ ਲਿਆ ਦੇਣਗੇ, ਠੀਕ ਹੈ, ਲੋਕਾਂ ਦੇ ਉੱਤੇ ਥੋਪ ਦੇਣਗੇ, ਕਿਉਂਕਿ ਲੋਕਾਂ ਨੇ ਤਾਂ ਹੁਣ 5 ਸਾਲ ਲਈ ਆਪਣੇ ਹੱਥ ਵੱਢ ਕੇ ਇਸ ਸਰਕਾਰ ਨੂੰ ਦੇ ਦਿੱਤੇ ਨੇ। ਕਹਿਣ ਦਾ ਭਾਵ ਕਿ ਹੁਣ ਅਸੀਂ 5 ਸਾਲ ਤੋਂ ਪਹਿਲਾਂ ਇਹਨਾਂ ਨੂੰ ਗੱਦੀ ਤੋਂ ਥੱਲੇ ਨਹੀਂ ਲਾ ਸਕਦੇ। 5 ਸਾਲ ਤੋਂ ਬਾਅਦ ਹੀ ਸਾਡੇ ਕੋਲ ਮੌਕਾ ਆਏਗਾ ਜਦੋਂ ਅਸੀਂ ਰਾਜੇ ਹੋਵਾਂਗੇ, ਜਦੋਂ ਸਾਡਾ ਗੌਰਵ ਫਿਰ ਤੋਂ ਜਾਗੇਗਾ, ਯਾਨੀ ਕਿ ਸਾਡੀ ਸੈਲਫ ਰਿਸਪੈਕਟ ਜਾਗੇਗੀ ਔਰ ਅਸੀਂ ਇਹਨਾਂ ਨੂੰ ਗੱਦੀ ਤੋਂ ਲਾ ਦਾਂਗੇ, ਜਿਵੇਂ ਕਾਂਗਰਸ ਨੂੰ ਇਸ ਟਾਈਮ ਪੰਜਾਬ ਦੀ ਜਨਤਾ ਨੇ ਲਾਇਆ ਵੀ ਹੈ। ਕਾਂਗਰਸ ਦੇ ਬਹੁਤ ਸਾਰੇ ਜੋ ਮਿਨਿਸਟਰ ਨੇ ਉਹ ਵੀ ਹਾਰੇ ਨੇ। ਕਾਰਨ ਇਹੀ ਸੀਗਾ ਕਿ ਉਹਨਾਂ 'ਤੇ ਭ੍ਰਿਸ਼ਟਾਚਾਰ ਦੇ ਆਰੋਪ ਸੀ। ਉਹਨਾਂ ਨੇ ਲੋਕਾਂ ਦੀ ਜੋ ਹੈ ਲੋਕਾਂ ਦੀ ਬੇਅਦਬੀ ਕਰਨੀ ਸ਼ੁਰੂ ਕਰਤੀ ਸੀ। ਲੋਕਾਂ ਨੇ ਉਹਨਾਂ ਨੂੰ ਮੈਂਡੇਟ ਦੇ ਕੇ ਜੋ ਹੈ ਮੰਤਰੀ ਬਣਾਇਆ ਸੀ, ਪਹਿਲਾਂ MLA ਬਣਾਇਆ, MLA ਤੋਂ ਮੰਤਰੀ ਬਣੇ ਸੀ। ਸੋ ਉਹਨਾਂ ਨੇ ਉਹਨਾਂ ਲੋਕਾਂ ਨੂੰ ਜੋ ਹੈ ਉਹ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਸੀ। ਅਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਲੋਕ ਕੀ ਕਰਨਗੇ, ਉਹ ਅਗਲੀਆਂ ਚੋਣਾਂ ਵਿੱਚ ਉਹਨਾਂ ਨੂੰ ਹਰਾ ਦੇਣਗੇ। ਇਸ ਲਈ ਹਰ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਲੋਕ ਮਤ ਦਾ ਜੋ ਹੈ ਉਹ ਧਿਆਨ ਰੱਖਣ। ਲੋਕ ਉਸ ਪਾਰਟੀ ਬਾਰੇ ਕੀ ਸੋਚ ਰਹੇ ਹੈ, ਉਸ ਕੈਂਡੀਡੇਟ ਬਾਰੇ ਕੀ ਸੋਚ ਰਹੇ ਹੈ, ਉਸ ਦੇ ਵਿਕਾਸ ਕਾਰਜਾਂ ਨੂੰ ਕਿਸ ਨਜ਼ਰ ਨਾਲ ਦੇਖ ਰਹੇ ਨੇ, ਇਹ ਹਰ ਪਾਰਟੀ ਅਤੇ ਹਰ ਕੈਂਡੀਡੇਟ ਲਈ ਜੋ ਹੈ ਉਹ
ਨਜ਼ਰ ਇਸ ਚੀਜ਼ 'ਤੇ ਨਜ਼ਰ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਸਰਕਾਰ ਨੂੰ ਬਦਲਣਾ ਸੌਖਾ ਹੈ। ਜੇ ਤੁਸੀਂ ਰਾਜੇ ਮਹਾਰਾਜਿਆਂ ਦੇ ਸ਼ਾਸਨ ਦੀ ਗੱਲ ਕਰੋ ਤਾਂ ਮੈਂ ਇੱਥੇ 2 ਕੇਸਿਸ ਦੱਸਣਾ ਚਾਹੂੰਗਾ ਕਿ ਜਿਵੇਂ ਇੱਕ ਕੋਈ ਰਾਜਾ ਹੈ ਜੋ ਕਿ ਦੁਸ਼ਟ ਹੈ, ਠੀਕ ਹੈ, ਅਤੇ ਉੱਥੋਂ ਦੀ ਜਿਹੜੀ ਜਨਤਾ ਹੈ, ਜੋ ਜਨਤਾ ਜਨਾਰਦਨ ਹੈ, ਜਨਤਾ ਉਸ ਸਮੇਂ ਜਨਾਰਦਨ ਨਹੀਂ ਹੁੰਦੀ ਸੀ, ਹੁਣ ਹੀ ਜਨਾਰਦਨ ਹੁੰਦੀ ਹੈ। ਸੋ ਜਨਤਾ ਜੋ ਹੈ ਉਸ ਰਾਜੇ ਤੋਂ ਬੜਾ ਪਰੇਸ਼ਾਨ ਹੈ, ਤਾਂ ਉਹ ਨਾਲ ਦੇ ਰਾਜੇ ਨਾਲ ਦੀ ਜੋ ਸਟੇਟ ਦੇ ਵਿੱਚ ਕੋਈ ਰਾਜਾ ਹੈ, ਨਾਲ ਦੇ ਰਾਜੇ ਵਿੱਚ ਕੋਈ ਰਾਜਾ ਰਾਜ ਕਰ ਰਿਹਾ ਹੈ, ਉਹਦੇ ਕੋਲ ਜਾ ਕੇ ਮਿੰਨਤ ਕਰਨਗੇ ਕਿ ਸਾਡਾ ਰਾਜਾ ਸਾਨੂੰ ਬਹੁਤ ਤੰਗ ਕਰਦਾ ਹੈ ਅਤੇ ਪਲੀਜ਼ ਤੁਸੀਂ ਆਓ ਅਤੇ ਸਾਡੀ ਮਦਦ ਕਰੋ, ਅਸੀਂ ਜਦੋਂ ਤੁਸੀਂ ਹਮਲਾ ਕਰੋਗੇ ਅਸੀਂ ਤੁਹਾਡੀ ਹੈਲਪ ਕਰਾਂਗੇ। ਸੋ ਉਸ ਕੇਸ ਦੇ ਵਿੱਚ ਉਸ ਰਾਜੇ ਨੂੰ ਜੋ ਹੈ ਬਦਲਣ ਲਈ ਹਮਲਾ ਕੀਤਾ ਜਾ ਰਿਹਾ ਹੈ, ਖੂਨ ਖਰਾਬਾ ਹੋ ਰਿਹਾ ਹੈ। ਜਾਂ ਫਿਰ ਦੂਸਰਾ ਕੇਸ ਇਹ ਹੋ ਸਕਦਾ ਹੈ ਕਿ ਉੱਥੇ ਦੇ ਲੋਕਾਂ ਨੂੰ ਕਿਸੇ ਬਾਹਰਲੀ ਸ਼ਕਤੀ ਦੀ, ਯਾਨੀ ਕਿ ਬਾਹਰਲੇ ਰਾਜੇ ਦੀ ਜ਼ਰੂਰਤ ਨਹੀਂ, ਉਹ ਆਪ ਹੀ ਸਾਰੇ ਜੋ ਹੈ ਯੂਨਾਈਟਿਡ ਹੋ ਗਏ ਨੇ, ਇਕਜੁੱਟ ਹੋ ਗਏ ਨੇ ਅਤੇ ਉਹਨਾਂ ਨੇ ਸੰਗਠਿਤ ਹੋ ਕੇ ਉਸ ਰਾਜੇ ਵਿਰੁੱਧ ਮੋਰਚਾ ਖੋਲ੍ਹਤਾ ਅਤੇ ਕ੍ਰਾਂਤੀ ਕਰ ਦਿੱਤੀ ਹੈ। ਸੋ ਇਸ ਕੇਸ ਦੇ ਵਿੱਚ ਵੀ ਹੈ ਰਾਜੇ ਨੂੰ ਜੋ ਹੈ, ਰਾਜੇ ਦੇ ਪਰਿਵਾਰ ਨੂੰ ਜਾਂ ਰਾਜੇ ਨੂੰ ਜੋ ਹੈ ਉਹ ਜਿਵੇਂ ਕਿ ਫਰਾਂਸ ਦੀ ਕ੍ਰਾਂਤੀ 'ਚ ਹੋਇਆ ਸੀਗਾ ਕਿ ਭਜਾ ਕੇ ਮਾਰਿਆ ਸੀ ਲੋਕਾਂ ਨੇ। ਸੋ ਇਹੋ ਜਿਹੇ ਹਾਲਾਤ ਵੀ ਜੋ ਹੈ ਪੈਦਾ ਹੋ ਸਕਦੇ ਹੈ। ਸੋ ਜੇ ਚੋਣਾਂ ਹੁੰਦੀਆਂ ਹੈ, ਚੋਣਾਂ ਜੋ ਹੈ ਇੱਕ ਸੇਫਟੀ ਵਾਲਵ ਦਾ ਕੰਮ ਕਰਦੀਆਂ, ਇੱਕ ਪ੍ਰੈਸ਼ਰ ਕੁੱਕਰ ਦਾ ਕੰਮ ਕਰਦੀਆਂ ਹੈ। ਜੇ ਦੇਖੋ ਤੁਸੀਂ ਕਿੰਨੇ ਆਰਾਮ ਨਾਲ ਦੇਖੋ ਸ਼ਾਂਤੀਪੂਰਵਕ ਜੋ ਹੈ ਉਹ ਸੱਤਾ ਪਰਿਵਰਤਨ ਹੋ ਜਾਂਦਾ ਹੈ, ਸ਼ਾਂਤੀਪੂਰਵਕ ਢੰਗ ਨਾਲ ਜੋ ਹੈ ਸਰਕਾਰ ਨੂੰ ਬਦਲ ਦਿੱਤਾ ਜਾਂਦਾ ਹੈ, ਕੋਈ ਵੀ ਕ੍ਰਾਂਤੀ ਜਾਂ ਖੂਨ ਖਰਾਬਾ ਨਹੀਂ ਹੁੰਦਾ। ਜਿਵੇਂ ਹੁਣ ਕਾਂਗਰਸ ਜੋ ਹੈ ਉਹਨਾਂ ਨੇ ਜੇ 5 ਸਾਲ ਕੰਮ ਕੀਤੇ ਹੁੰਦੇ ਤਾਂ ਉਹਨਾਂ ਨੂੰ ਦੁਬਾਰਾ ਲੋਕਾਂ ਨੇ 5 ਸਾਲ ਦਾ ਮੈਂਡੇਟ ਦੇ ਦੇਣਾ ਸੀਗਾ, ਨਹੀਂ ਕੀਤੇ ਤਾਂ ਹੁਣ ਸ਼ਾਂਤੀਪੂਰਵਕ ਜੋ ਹੈ ਚੋਣਾਂ ਕਰਵਾ ਕੇ ਉਹ ਮੈਂਡੇਟ ਜੋ ਹੈ ਉਹ ਆਮ ਆਦਮੀ ਪਾਰਟੀ ਨੂੰ ਦੇ ਦਿੱਤਾ ਗਿਆ ਔਰ ਆਮ ਆਦਮੀ ਪਾਰਟੀ ਨੂੰ ਕਿਹਾ ਗਿਆ ਤੁਸੀਂ ਸਰਕਾਰ ਚਲਾ ਕੇ ਦਿਖਾਓ, ਤੁਸੀਂ ਪ੍ਰਸ਼ਾਸਨ ਚਲਾ ਕੇ ਜੋ ਹੈ ਦਿਖਾਓ। ਸੋ ਕਹਿੰਦੇ ਕਿ ਜਿਹੜੇ ਦੇਸ਼ਾਂ ਦੇ ਵਿੱਚ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ ਉੱਥੇ ਸਰਕਾਰਾਂ ਬਦਲਣ ਲਈ ਕ੍ਰਾਂਤੀਆਂ ਹੁੰਦੀਆਂ ਹੈ ਅਤੇ ਖੂਨ ਖਰਾਬਾ ਹੁੰਦਾ, ਜਿਵੇਂ ਕਿ ਇਰਾਕ 'ਚ ਹੋਇਆ ਸੀ। ਸੱਦਾਮ ਹੁਸੈਨ ਗੱਦੀ ਨਹੀਂ ਛੱਡਣਾ ਚਾਹੁੰਦਾ ਸੀਗਾ ਅਤੇ ਉੱਥੇ ਦੀ ਸਰਕਾਰ ਦਾ ਸੱਤਾ ਪਲਟ ਕਰਨ ਲਈ ਜੋ ਹੈ ਅਮਰੀਕਾ ਨੂੰ ਬੁਲਾਇਆ ਗਿਆ ਸੀ ਔਰ ਅਮਰੀਕਾ ਜੋ ਹੈ ਗਿਆ ਔਰ ਉੱਥੇ ਦੇ ਜਿਹੜੇ ਲੜਾਕੇ ਸੀਗੇ, ਜਿਹੜੇ ਕਿ ਅੰਦਰੂਨੀ ਤੌਰ 'ਤੇ ਯਾਨੀ ਕਿ ਇੰਟਰਨਲ ਜੋ ਲੋਕ ਉੱਥੇ ਦੇ ਰਹਿਣ ਵਾਲੇ ਇਰਾਕ ਦੇ ਲੋਕ ਵੀ ਔਰ ਸੱਦਾਮ ਹੁਸੈਨ ਦੀ ਜੋ ਆਪਣੀ ਤਾਨਾਸ਼ਾਹੀ ਤੋਂ ਪਰੇਸ਼ਾਨ ਸੀ, ਉਹਨਾਂ ਨੇ ਵੀ ਅਮਰੀਕਾ ਦਾ ਸਾਥ ਦਿੱਤਾ ਅਤੇ ਸੱਤਾ ਜੋ ਹੈ ਪਲਟ ਗਈ। ਲੇਕਿਨ ਖੂਨ ਖਰਾਬਾ ਹੋਇਆ। ਜੇ ਉੱਥੇ ਇਲੈਕਸ਼ਨਸ ਹੋ ਰਹੇ ਹੁੰਦੇ ਤਾਂ ਲੋਕਾਂ ਕੋਲ ਇੱਕ ਆਲਟਰਨੇਟਿਵ ਹੋਣਾ ਸੀ, ਲੋਕਾਂ ਕੋਲ ਇੱਕ ਵਿਕਲਪ ਹੋਣਾ ਸੀ, ਆਪਸ਼ਨ ਹੋਣਾ ਸੀ ਕਿ ਅਸੀਂ ਜੋ ਹੈ ਸੱਤਾ ਨੂੰ ਕਿਵੇਂ ਪਲਟ ਸਕਦੇ ਹਾਂ, ਬਦਲ ਸਕਦੇ ਹਾਂ, ਸਰਕਾਰ ਨੂੰ ਕਿਵੇਂ ਬਦਲ ਸਕਦੇ ਹਾਂ। ਸੋ ਲੀਬੀਆ ਦੇ ਵਿੱਚ ਵੀ ਕਰਨਲ ਗਦਾਫੀ ਨੂੰ ਵੀ ਇੱਦਾਂ ਹੀ ਹੋਇਆ ਸੀ, ਉਦੋਂ ਵੀ ਖੂਨ ਖਰਾਬਾ ਹੀ ਹੋਇਆ ਸੀਗਾ। ਮਿਸਰ ਦੇ ਲਈ ਵੀ ਜੋ ਹੈ ਸਰਕਾਰ ਜੋ ਬਦਲਣ ਲਈ ਖੂਨ ਖਰਾਬਾ ਹੀ ਹੋਇਆ ਸੀ। ਸੋ ਜੇ ਤਾਂ ਚੋਣਾਂ ਹੁੰਦੀਆਂ ਰਹਿਣ ਰੈਗੂਲਰ, ਸੋ ਖੂਨ ਖਰਾਬੇ ਦੇ ਹਾਲਾਤ ਨਹੀਂ ਬਣਦੇ ਹਨ। ਠੀਕ ਹੈ ਜੀ। ਉਸ ਤੋਂ ਬਾਅਦ ਅਗਲਾ ਪੁਆਇੰਟ, 5ਵਾਂ ਪੁਆਇੰਟ ਤਾਂ ਬੜਾ ਹੀ ਸੌਖਾ ਹੈ। ਜਿਵੇਂ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਗੱਲ ਸ਼ੁਰੂ ਕੀਤੀ ਸੀ, ਮੈਂ ਤੁਹਾਨੂੰ ਕਿਹਾ ਸੀ ਕਿ ਜੋ ਕਬੀਲੇ ਦੇ ਲੋਕ ਨੇ, ਜਿਨ੍ਹਾਂ ਦੀ ਗਿਣਤੀ ਮੈਂ 250 ਦੇ ਆਸ-ਪਾਸ ਦੱਸੀ ਸੀ, ਕਿ ਉਹਨਾਂ ਨੇ ਜੇ ਕੋਈ ਨਿਰਣੇ ਲੈਣਾ ਹੈ ਆਪਣੀ ਸਹਿਮਤੀ ਦੇ ਨਾਲ ਔਰ ਸਲਾਹ ਦੇ ਨਾਲ ਔਰ ਸਹਿਮਤੀ ਦੇ ਨਾਲ ਜੋ ਹੈ ਕੋਈ ਵੀ ਨਿਰਣੇ ਜੋ ਹੈ ਉਹ ਲੈਣਗੇ। ਸੋ ਹੁਣ ਜਿਹੜੇ ਨੁਮਾਇੰਦੇ ਅਸੀਂ ਚੁਣ ਕੇ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਭੇਜੇ ਨੇ, ਸਾਡਾ ਉਹਨਾਂ 'ਤੇ ਯਕੀਨ ਹੈ ਕਿ ਹਾਂ ਇਹ ਸਾਡੀ ਆਵਾਜ਼ ਨੂੰ ਲੋਕ ਸਭਾ ਜਾਂ ਵਿਧਾਨ ਸਭਾ ਦੇ ਵਿੱਚ ਜੋ ਹੈ ਬੁਲੰਦ ਕਰਨਗੇ ਅਤੇ ਸਾਡੀ ਜੋ ਇਹੀ ਨੁਮਾਇੰਦੇ ਸਾਡੀ ਆਵਾਜ਼ ਬਣਨਗੇ। ਜਿਵੇਂ ਇੱਕ ਐਗਜ਼ਾਮਪਲ ਲੈਂਦੇ ਹਾਂ ਕਿ ਜਦੋਂ ਦੇਸ਼ ਦੇ ਵਿੱਚ ਰੇਪ ਦੀ ਘਟਨਾਵਾਂ ਵਧੀਆਂ ਤਾਂ ਉਸ ਵੇਲੇ ਇਹ ਲੋਕਾਂ ਦੀ ਇੱਛਾ ਸੀ, ਲੋਕਾਂ ਵੱਲੋਂ ਜੋ ਹੈ ਸਰਕਾਰ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਕਿ ਕੋਈ ਸਖਤ ਕਾਨੂੰਨ ਬਣਾਇਆ ਜਾਵੇ, ਫਾਂਸੀ ਦਿੱਤੀ ਜਾਵੇ, ਇਹਨਾਂ ਨੂੰ ਚੌਂਕ ਦੇ ਵਿੱਚ ਖੜਾ ਕੇ ਫਾਂਸੀ ਦਿਓ। ਲੇਕਿਨ ਸਰਕਾਰ ਨੇ ਚਲੋ ਚੌਂਕ, ਕਿਉਂਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਯਾਨੀ ਕਿ ਇੱਕ ਲੋਕਤਾਂਤਰਿਕ ਦੇਸ਼ ਦੇ ਵਿੱਚ ਇਹ ਸ਼ੋਭਾ ਨਹੀਂ ਦਿੰਦਾ ਕਿ ਕਿਸੇ ਦੀ ਜੋ ਹੈ ਮਤਲਬ ਕਿਸੇ ਨੂੰ ਚੌਂਕ ਦੇ ਵਿੱਚ ਖੜਾ ਕੇ ਜੋ ਹੈ ਫਾਂਸੀ ਦਿੱਤੀ ਜਾਵੇ। ਆਟੋਕ੍ਰੇਸੀ ਜਿੱਥੇ ਹੋਵੇ ਯਾਨੀ ਕਿ ਜਿੱਥੇ ਨਿਰੰਕੁਸ਼ਾਹੀ ਰਾਜੇ ਦੂਜੇ ਹੋਣ, ਉੱਥੇ ਤਾਂ ਇਹ ਚੱਲ ਜਾਂਦਾ ਹੈ। ਸੋ ਲੇਕਿਨ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਸਰਕਾਰ ਵੱਲੋਂ ਇੱਕ ਕਾਨੂੰਨ ਲਿਆਂਦਾ ਗਿਆ, ਕਾਨੂੰਨ 'ਚ ਅਮੈਂਡਮੈਂਟ ਕੀਤੀ ਗਈ ਔਰ ਉਸ ਕਾਨੂੰਨ ਦੇ ਵਿੱਚ ਰੇਪ ਲਈ ਫਾਂਸੀ ਦੀ ਸਜ਼ਾ ਜੋ ਹੈ ਤੈਅ ਕੀਤੀ ਗਈ ਅਤੇ ਲੋਕਾਂ ਦੀ ਇੱਛਾ ਨੂੰ ਉਹਨਾਂ ਦੇ ਨੁਮਾਇੰਦਿਆਂ ਨੇ ਹੀ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਜੋ ਹੈ ਪੇਸ਼ ਕੀਤਾ ਸੀ। ਠੀਕ ਹੈ। ਸੋ ਇਹੋ ਜਿਹੀ ਚੁਣੀ ਹੋਈ ਜੋ ਸਰਕਾਰ ਹੋਏਗੀ, ਚੋਣਾਂ ਰਾਹੀਂ ਜੋ ਸਰਕਾਰ ਚੁਣ ਕੇ ਜੋ ਨੁਮਾਇੰਦੇ ਅਸੀਂ ਭੇਜੇ ਹੈ, ਸੋ ਸਾਡਾ ਉਹਨਾਂ ਦੇ ਵਿੱਚ ਯਕੀਨ ਹੈ ਤਾਂ ਹੀ ਚੁਣਿਆ ਸੀਗਾ। ਠੀਕ ਹੈ। ਸੋ ਇਹੋ ਜਿਹੀ ਚੁਣੀ ਹੋਈ ਸਰਕਾਰ ਵੱਲੋਂ ਜੋ ਵੀ ਕਾਨੂੰਨ ਬਣਾਏ ਜਾਣਗੇ ਉਹਨਾਂ ਦੀ ਪਾਲਣਾ ਜੋ ਹੈ ਉਹ ਸਾਡੇ ਵੱਲੋਂ ਈਜ਼ੀਲੀ ਕੀਤੀ ਜਾਏਗੀ, ਕਿਉਂਕਿ ਸਾਨੂੰ ਇਹ ਹੋਏਗਾ ਕਿ ਇਹ ਸਾਡਾ ਮਾੜਾ ਨਹੀਂ ਸੋਚ ਸਕਦੇ, ਇਹ ਨੁਮਾਇੰਦੇ ਸਾਡੇ ਆਪਣੇ ਹੀ, ਸਾਡੇ ਵਿੱਚੋਂ ਹੀ ਚੁਣੇ ਹੋਏ ਨੇ। ਠੀਕ ਹੈ। ਜਿਵੇਂ ਕਿ ਕੌਟਿਲਿਆ ਕਹਿੰਦਾ ਹੁੰਦਾ ਸੀ ਕਿ ਸਰਕਾਰ ਉਹੋ ਜਿਹੀ ਹੋਏਗੀ ਜਿਹੋ ਜਿਹੇ ਉੱਥੇ ਦੇ ਲੋਕ ਹੋਣਗੇ, ਜਿਹੋ ਜਿਹਾ ਲੋਕ ਸ਼ਾਸਨ ਚਾਹਣਗੇ ਉਹੋ ਜਿਹਾ ਉਹਨਾਂ ਨੂੰ ਮਿਲ ਜਾਏਗਾ। ਜੇ ਲੋਕ 5 ਸਾਲ ਜੋ ਹੈ ਇਹੀ ਸੋਚੀ ਜਾਣਗੇ ਸਾਨੂੰ ਸਰਕਾਰ ਫ੍ਰੀ ਕੀ ਦੇ ਰਹੀ ਹੈ, ਜਾਂ ਫਿਰ ਵੋਟਾਂ ਵਾਲੇ ਦਿਨ ਜੋ ਹੈ ਕੈਂਡੀਡੇਟਸ ਵੱਲੋਂ ਉਹਨਾਂ ਨੂੰ ਕੀ ਫ੍ਰੀ ਬਾਈਜ਼ ਦਿੱਤੀਆਂ ਜਾ ਰਹੀਆਂ ਹੈ, ਸ਼ਰਾਬ ਵੰਡੀ ਜਾ ਰਹੀ ਹੈ, ਸੂਟ ਦਿੱਤੇ ਜਾ ਰਹੇ ਹੈ ਜਾਂ ਰਾਸ਼ਨ ਦਿੱਤਾ ਜਾ ਰਿਹਾ ਹੈ। ਠੀਕ ਹੈ। ਸੋ ਜਿਹੜੇ ਕੈਂਡੀਡੇਟ ਨੇ ਹੁਣ
ਤੁਹਾਨੂੰ ਇਹ ਸਾਰੀਆਂ ਸੁਵਿਧਾਵਾਂ ਦਿੱਤੀਆਂ ਹੈ, 1 ਦਿਨ ਜਾਂ 2 ਦਿਨ ਮौज ਕਰਵਾਈ ਹੈ, ਉਹਨੇ ਉਹ ਪੈਸੇ ਪੂਰੇ ਵੀ ਤਾਂ ਕਰਨੇ ਆ, ਤਾਂ ਉਹ 5 ਸਾਲ ਉਹਨਾਂ ਪੈਸਿਆਂ ਨੂੰ ਪੂਰਾ ਕਰੇਗਾ ਕਿਸੇ ਨਾ ਕਿਸੇ ਤਰ੍ਹਾਂ ਬਾਈ ਹੁੱਕ ਔਰ ਬਾਈ ਕਰੁਕ। ਸੋ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੋ ਜਾਏਗਾ ਔਰ ਤੁਹਾਡੇ ਲਈ, ਤੁਹਾਡੀ ਸਹੂਲਤਾਂ ਲਈ ਜਿਹੜਾ ਫੰਡ ਖਰਚਿਆ ਜਾਣਾ ਸੀ ਉਹ ਆਪਣੀ ਜੇਬ ਦੇ ਵਿੱਚ ਪਾਉਣਾ ਸ਼ੁਰੂ ਕਰ ਦੇਗਾ। ਸੋ ਪਹਿਲਾਂ ਜਨਤਾ ਮਾੜੀ ਸੀ, ਜਨਤਾ ਨੇ ਮਾੜੇ ਹੋ ਕੇ ਜੋ ਹੈ ਉਹਦੇ ਪੈਸੇ ਲਗਵਾਏ ਸੀਗੇ ਕਿ ਤੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਬੰਦਾ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪੈਸੇ ਦੇਗਾ ਅਸੀਂ ਉਹਨੂੰ ਵੋਟ ਪਾਵਾਂਗੇ। ਹੁਣ ਉਹੀ ਬੰਦੇ ਨੇ ਉਸੇ ਹਿਸਾਬ ਨਾਲ ਜਨਤਾ ਨੂੰ ਟਰੀਟ ਕਰ ਲੈਣਾ ਹੈ। ਸੋ ਜਿਵੇਂ ਦੇ ਲੋਕ ਹੋਣਗੇ ਉਵੇਂ ਦਾ ਉਹਨਾਂ ਨੂੰ ਰਾਜਾ ਜਾਂ ਉਵੇਂ ਦੇ ਸ਼ਾਸਕ ਉਹਨਾਂ ਨੂੰ ਮਿਲ ਜਾਣਗੇ। ਠੀਕ ਹੈ, ਤੋਂ ਲੋਕਾਂ ਵੱਲੋਂ ਕਾਨੂੰਨਾਂ ਦੀ ਪਾਲਣਾ ਜੋ ਹੈ ਵਧੇਰੇ ਕੀਤੀ ਜਾਏਗੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਸਾਡੀ ਚੁਣੀ ਹੋਈ ਸਰਕਾਰ ਹੈ, ਇਹ ਸਾਡੇ ਲਈ ਮਾੜਾ ਨਹੀਂ ਸੋਚਣਗੇ। ਉਸੇ ਤਰੀਕੇ ਜੇ ਅਗਲੇ ਪੁਆਇੰਟ ਦੀ ਗੱਲ ਕਰੀਏ ਤਾਂ ਰਾਸ਼ਟਰੀ ਏਕਤਾ ਬਣੀ ਰਹਿੰਦੀ ਹੈ। ਆਪਾਂ ਨੂੰ ਪਤਾ ਹੈ ਕਿ ਸਾਡੇ ਦੇਸ਼ ਦੇ ਵਿੱਚ ਬਹੁਦਲੀ ਪ੍ਰਣਾਲੀ ਹੈ, ਜਿਵੇਂ ਕਿ ਮੈਂ ਦੱਸ ਚੁੱਕਾ 4 ਦਲ ਜੋ ਹੈ ਉਹ, ਜਾਂ ਮਤਲਬ ਬਹੁਤ ਸਾਰੇ ਦਲ ਨੇ, ਤਾਂ ਮੈਂ ਐਗਜ਼ਾਮਪਲ ਲਈ ਸੀਗੀ 4 ਦਲਾਂ ਦੀ ਮੈਂ ਐਗਜ਼ਾਮਪਲ ਲਈ ਸੀਗੀ। ਠੀਕ ਹੈ ਜੀ, ਸੋ ਬਹੁਦਲੀ ਪ੍ਰਣਾਲੀ ਹੋਣ ਕਰਕੇ ਹਰ ਜਗ੍ਹਾ ਅਲੱਗ-ਅਲੱਗ ਲੋਕਲ ਬਹੁਤ ਸਾਰੀ ਪਾਰਟੀ ਜੋ ਹੈ ਉੱਭਰ ਕੇ ਆਈਆਂ। ਜਿਵੇਂ ਕਿ ਤੁਹਾਡੀ ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਇੱਕ ਰੀਜਨਲ ਪਾਰਟੀ ਹੈ, ਮਤਲਬ ਉਹਦਾ ਦਾਇਰਾ ਪੰਜਾਬ ਔਰ ਹਰਿਆਣੇ ਦੀ 2-3 ਸੀਟਾਂ ਤੱਕ ਹੀ ਜੋ ਹੈ ਫੈਲਿਆ ਹੋਇਆ, ਉਹ ਇੱਕ ਨੈਸ਼ਨਲ ਪਾਰਟੀ ਨਹੀਂ ਹੈ। ਕਦੀ ਤੁਸੀਂ ਸੁਣਿਆ ਕਿ ਸ਼੍ਰੋਮਣੀ ਅਕਾਲੀ ਦਲ ਜੋ ਹੈ ਉਹ ਚੁਣਾਵ ਲੜਨ ਲਈ ਤਾਮਿਲਨਾਡੂ ਜਾਂ ਕੇਰਲਾ ਜਾ ਰਿਹਾ? ਨਹੀਂ ਜਾ ਰਿਹਾ। ਇਸੇ ਤਰੀਕੇ ਤਾਮਿਲਨਾਡੂ ਦੀ ਕੁਝ ਰੀਜਨਲ ਪਾਰਟੀਜ਼ ਜੋ ਪੰਜਾਬ ਦੇ ਵਿੱਚ ਕਦੇ ਚੁਣਾਵ ਲੜਨ ਨਹੀਂ ਆਉਣਗੀਆਂ। ਬੰਗਾਲ ਦੀ ਜੋ ਤ੍ਰਿਣਮੂਲ ਕਾਂਗਰਸ ਹੈ ਉਹ ਕਦੇ ਵੀ ਪੰਜਾਬ ਦੇ ਵਿੱਚ ਚੁਣਾਵ ਲੜਨ ਨਹੀਂ ਆਏਗੀ। ਸੋ ਇਹ ਜੋ ਲੋਕਲ ਰੀਜਨਲ ਦਲ ਨੇ ਇਹ ਅਲੱਗ-ਅਲੱਗ ਜਗ੍ਹਾ ਨਹੀਂ ਜਾਣਗੇ। ਲੇਕਿਨ ਹੁਣ 1 ਮਿੰਟ ਲਈ ਸਪੋਜ਼ ਕਰੋ ਕਿ यूपी ਦੇ ਵਿੱਚ ਜਾਤੀ ਆਧਾਰਿਤ ਕੋਈ ਪਾਰਟੀ ਬਣਾਈ ਗਈ ਸੀ, ਜਿਵੇਂ ਯਾਦਵ ਜੋ ਹੈ, ਜੋ ਸਮਾਜਵਾਦੀ ਪਾਰਟੀ ਹੈ, ਮੁਲਾਇਮ ਸਿੰਘ ਯਾਦਵ ਦੀ ਪਾਰਟੀ ਹੈ, ਤਾਂ ਉਹ ਇਹ ਕਿਹਾ ਜਾਂਦਾ ਕਿ ਉਹ ਯਾਦਵਾਂ ਦੀ ਪਾਰਟੀ ਹੈ ਔਰ ਸਾਰੇ ਯਾਦਵ ਉਹਨਾਂ ਨੂੰ ਵੋਟ ਕਰਦੇ ਹੈ। ਸਪੋਜ਼ ਕਰ ਲਓ ਕਿ ਜੇ ਇਹਨਾਂ ਯਾਦਵਾਂ ਦੀ ਆਵਾਜ਼ ਬੁਲੰਦ ਕਰਨ ਲਈ ਸਮਾਜਵਾਦੀ ਪਾਰਟੀ ਦੇ ਕੁਝ ਕੈਂਡੀਡੇਟ, ਮਤਲਬ ਕੋਈ ਵੀ ਕੈਂਡੀਡੇਟ ਜੋ ਹੈ, ਕੋਈ ਵੀ ਜੋ ਹੈ ਚੁਣਿਆ ਹੋਇਆ ਨੁਮਾਇੰਦਾ ਲੋਕ ਸਭਾ ਦੇ ਵਿੱਚ ਨਹੀਂ ਪਹੁੰਚਦਾ ਜਾਂ ਫਿਰ ਜੋ ਯੂਪੀ ਦੀ ਵਿਧਾਨ ਸਭਾ ਉਹਦੇ ਵਿੱਚ ਨਹੀਂ ਪਹੁੰਚਦਾ, ਸੋ ਜਿੰਨੇ ਵੀ ਯਾਦਵ ਹੋਣਗੇ ਉਹਨਾਂ ਦੇ ਮਨ ਦੇ ਵਿੱਚ ਜੋ ਹੈ ਉਹ ਇੱਕ ਈਰਖਾ ਦੀ ਭਾਵਨਾ ਆ ਜਾਏਗੀ, ਇੱਕ ਆਈਸੋਲੇਸ਼ਨ ਦੀ ਭਾਵਨਾ ਆ ਜਾਏਗੀ ਔਰ ਉਹ ਆਪਣੇ ਆਪ ਨੂੰ ਹਿੰਦੁਸਤਾਨ ਦਾ ਹਿੱਸਾ ਮੰਨਣੋਂ ਜੋ ਹੈ ਉਹੀ ਮਤਲਬ ਉਹਨਾਂ ਦੇ ਅੰਦਰ ਇਹ ਹੋਏਗਾ ਕਿ ਸਾਨੂੰ ਨਾ ਤਾਂ ਕੋਈ ਰਿਪਰਜੈਂਟ ਕਰ ਰਿਹਾ, ਨਾ ਤਾਂ ਸਾਡੀ ਕੋਈ ਆਵਾਜ਼ ਚੁੱਕ ਰਿਹਾ, ਤਾਂ ਅਸੀਂ ਹਿੰਦੁਸਤਾਨ ਦਾ ਹਿੱਸਾ ਕਿਵੇਂ ਹੋਏ। ਸੋ ਇੱਕ ਵੱਖਵਾਦੀ ਜੋ ਉਹਨਾਂ ਦੇ ਅੰਦਰ ਵਿਚਾਰਧਾਰਾ ਹੈ ਉਹਦੇ ਫੈਲਣ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ। ਸੋ ਚੋਣਾਂ ਰਾਹੀਂ ਕੀ ਹੋ ਰਿਹਾ ਹੈ, ਜਾਂ ਫਿਰ ਇੱਕ ਹੋਰ ਹੋ ਸਕਦਾ ਕਿ ਕੋਈ ਵਿਸ਼ੇਸ਼ ਧਰਮ ਹੈ ਜੋ ਮਾਈਨੋਰਿਟੀ ਦੇ ਵਿੱਚ ਹੈ ਕਿਸੇ ਦੇਸ਼ ਦੇ ਵਿੱਚ, ਠੀਕ ਹੈ, ਤਾਂ ਉਸ ਕੇਸ ਦੇ ਵਿੱਚ ਜੋ ਮੈਜੋਰਿਟੀ ਦੇ ਵਿੱਚ ਜੋ ਲੋਕ ਹੋਣਗੇ, ਜੋ ਬਹੁਲਤਾਵਾਦੀ ਕਲਚਰ ਉੱਥੇ ਪਾਇਆ ਜਾ ਰਿਹਾ ਹੋਊਗਾ, ਉੱਥੇ ਛੋਟੀਆਂ ਇਹਨਾਂ ਨੂੰ ਨਾ ਤਾਂ ਇਹਨਾਂ ਨੂੰ ਰਿਪਰਜੈਂਟ ਕਰਨ ਵਾਲਾ ਕੋਈ ਹੋਏਗਾ, ਜਿਹੜੀਆਂ ਮਾਈਨੋਰਿਟੀਜ਼ ਹੋਣਗੀਆਂ। ਠੀਕ ਹੈ, ਸੋ ਬਹੁਮਤ ਵੀ ਕਿੰਨਾ ਦਾ ਆਏਗਾ, ਜਿਨ੍ਹਾਂ ਦੀ ਤਾਦਾਦ ਜ਼ਿਆਦਾ ਹੈ। ਸੋ ਉਸ ਕੇਸ ਦੇ ਵਿੱਚ ਜੋ ਮਾਈਨੋਰਿਟੀਜ਼ ਆ ਉਹਨਾਂ ਵੱਲੋਂ ਵੀ ਵੱਖਵਾਦ ਦੀ ਜਿਹੜੀ ਉਹਨਾਂ ਦੇ ਅੰਦਰ ਜੋ ਹੈ ਅੱਗ ਜਲਦੀ ਹੀ ਰਹੇਗੀ ਅਤੇ ਉਹਨਾਂ ਵੱਲੋਂ ਦੇਸ਼ ਦੀ ਏਕਤਾ ਨੂੰ ਭੰਗ ਕਰਨ ਲਈ ਅਲੱਗ-ਅਲੱਗ ਜੋ ਹੈ ਉਹ ਟੂਲਸ ਜਾਂ ਤਰੀਕੇ ਜੋ ਹੈ ਅਪਣਾਏ ਜਾਣਗੇ। ਸੋ ਬਹੁਦਲੀ ਪ੍ਰਣਾਲੀ ਹੋਣ ਕਰਕੇ ਜਿਹੜਾ ਹੈ ਵੋਟਰਾਂ ਲਈ ਜਿਹੜਾ ਹੈ ਚੋਣਾਂ ਦਾ ਮਲਟੀਪਲ, ਮਤਲਬ ਉਹਨਾਂ ਕੋਲ ਉਹ ਨੇ ਆਪਸ਼ਨਸ ਨੇ ਜਿਹਨੂੰ ਮਰਜ਼ੀ ਵੋਟ ਪਾ ਸਕਦੇ ਆ। ਠੀਕ ਹੈ, ਕਿਉਂਕਿ ਚਾਈਨਾ ਵਾਂਗ ਇਹ ਨਹੀਂ ਹੈ ਕਿ ਸਿਰਫ ਇੱਕੋ ਹੀ ਪਾਰਟੀ ਦਾ ਆਪਸ਼ਨ ਆ ਉਹਨਾਂ ਦੇ ਕੋਲ। ਔਰ ਮੈਂ ਹੌਲੀ ਹੌਲੀ ਨਾਲ ਤੁਹਾਡਾ ਇਹ ਸਾਰੇ ਕਨਸੈਪਟ ਕਲੀਅਰ ਕਰਦਾ ਹੋਇਆ ਤੁਹਾਨੂੰ ਚੈਪਟਰ 10 ਵੀ ਕਵਰ ਕਰ ਰਿਹਾ, ਚੈਪਟਰ 12 ਵੀ ਕਵਰ ਕਰਦਾ ਜਾ ਰਿਹਾ ਵਾਂ। ਥੋੜਾ ਟਾਈਮ ਜ਼ਿਆਦਾ ਲੱਗ ਰਿਹਾ, ਲੇਕਿਨ ਆਪਣੇ ਕਨਸੈਪਟ ਸਾਰੇ ਕਲੀਅਰ ਹੋ ਜਾਣਗੇ ਔਰ ਆਪਾਂ ਉਹਨਾਂ ਨੂੰ ਬੜੇ ਫਲੂਐਂਟਲੀ ਜੋ ਹੈ ਪੜ੍ਹ ਸਕਾਂਗੇ। ਤੁਹਾਨੂੰ ਸਾਰਾ ਆਪਣਾ ਧਿਆਨ ਮੈਥ ਸਾਇੰਸ 'ਤੇ ਲਾਉਣ ਦਾ ਪੂਰਾ ਟਾਈਮ ਮਿਲ ਜਾਏਗਾ। ਤੁਹਾਨੂੰ ਸੋਸ਼ਲ ਸਟੱਡੀਜ਼ 'ਤੇ ਜਾਂ ਜੋ ਨੋਰਮਲ ਲੋਕੀ ਕਹਿੰਦੇ ਆ ਕਿ ਇਹ ਬੋਰਿੰਗ ਸਬਜੈਕਟ ਹੈ, ਇਹਨੂੰ ਯਾਦ ਕਰਨਾ ਪੈਂਦਾ, ਸੋ ਕੁਛ ਯਾਦ ਕਰਨ ਦੀ ਲੋੜ ਨਹੀਂ, ਤੁਸੀਂ ਸਮਝੀ ਜਾਓ। ਸਮਝਦੇ ਰਹੋਗੇ ਤਾਂ ਤੁਸੀਂ ਉਹਨੂੰ ਲਿਖ ਆਪਣੀ ਭਾਸ਼ਾ 'ਚ ਆਪੇ ਲਓਗੇ। ਇਹ ਭਾਸ਼ਾ ਲਿਖਣੀ ਜ਼ਰੂਰੀ ਨਹੀਂ ਹੈ, ਸੋ ਤੁਹਾਨੂੰ ਬਸ ਸਮਝ ਤੁਹਾਡੀ ਬਿਹਤਰ ਹੋਣੀ ਜ਼ਰੂਰੀ ਹੈ। ਠੀਕ ਹੈ ਜੀ, ਸੋ ਲੋਕ ਆਪਣੀ ਆਪਣੀ ਵਿਚਾਰਧਾਰਾ ਦੇ ਦਲ ਦੇ ਉਮੀਦਵਾਰਾਂ ਨੂੰ ਵੋਟ ਪਾਉਂਦੇ ਹਨ, ਜਿਵੇਂ ਕਿ ਮੈਂ ਯਾਦਵ ਦੀ ਗੱਲ ਕੀਤੀ, ਐਗਜ਼ਾਮਪਲ ਲਿਆ। ਠੀਕ ਹੈ ਜੀ, ਉਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਹੈ ਉਹ ਇੱਕ ਪੰਥਕ ਪਾਰਟੀ ਮੰਨਿਆ ਜਾਂਦਾ ਹੈ, ਉਹ ਸਿੱਖਾਂ ਦੀ ਪਾਰਟੀ ਮੰਨਿਆ ਜਾਂਦਾ ਹੈ, ਜੋ ਸਿੱਖਾਂ ਦੇ ਕਲਚਰ ਨੂੰ ਜਿਹਨੇ ਅੱਜ ਤੱਕ ਬਚਾਇਆ ਹੈ ਔਰ ਉਸ ਦਾ ਪ੍ਰਚਾਰ ਪ੍ਰਸਾਰ ਸਿੱਖੀ ਧਰਮ ਦਾ ਉਹਨਾਂ ਨੇ ਕੀਤਾ ਹੈ। ਸੋ ਹੁਣ ਹਰ ਵਿਅਕਤੀ ਨੂੰ, ਚਾਹੇ ਉਹ ਮਾਈਨੋਰਿਟੀ ਤੋਂ ਬਿਲੋਂਗ ਕਰਦਾ ਹੈ, ਚਾਹੇ ਇੱਕ ਪਰਟੀਕੂਲਰ ਜੋ ਜਾਤੀ ਤੋਂ ਬਿਲੋਂਗ ਕਰਦਾ ਹੈ, ਕਿਸੇ ਧਰਮ ਨੂੰ ਬਿਲੋਂਗ ਕਰਦਾ ਹੈ, ਉਹਨੂੰ ਆਪਣੇ ਪਸੰਦ ਦਾ ਜੋ ਉਮੀਦਵਾਰ ਚੁਣਨ ਦਾ ਮੌਕਾ ਮਿਲ ਗਿਆ। ਸੋ ਉਹਦੇ ਮਨ ਦੇ ਵਿੱਚ ਇਹ ਹੈ ਕਿ ਹਾਂ, ਮੇਰੀ ਲੋਕ ਸਭਾ ਦੀ ਸਭ ਤੋਂ ਵੱਡੀ ਪੰਚਾਇਤ ਹੈ, ਜੋ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਹੈ ਲੋਕ ਸਭਾ, ਉਹਦੇ ਵਿੱਚ ਮੇਰਾ ਰਿਪਰਜੈਂਟੇਸ਼ਨ ਹੈ, ਮੇਰੀ ਆਵਾਜ਼ ਕਿਸੇ ਨਾ ਕਿਸੇ ਤਰੀਕੇ ਪਹੁੰਚ ਰਹੀ ਹੈ, ਜਿਹਦੇ ਕਰਕੇ ਉਹਦੇ ਅੰਦਰ ਵੱਖਵਾਦੀ ਭਾਵਨਾ ਨਹੀਂ ਆਏਗੀ, ਨਾ ਤਾਂ ਕ੍ਰਾਂਤੀ ਦੀ ਜੋ ਹੈ ਸੰਭਾਵਨਾ ਬਣੇਗੀ ਔਰ ਰਾਸ਼ਟਰੀ ਏਕਤਾ ਜੋ ਹੈ ਉਹ ਬਣੀ ਰਹੇਗੀ। ਹੁਣ ਅਗਲਾ ਪੁਆਇੰਟ ਹੈ ਚੋਣਾਂ ਸਮਾਜ ਵਿੱਚ ਸਮਾਨਤਾ ਲਿਆਉਂਦੀਆਂ ਹੋਣ। ਕਿਵੇਂ? ਜਿਵੇਂ ਕਿ ਭਾਰਤ ਦੇ ਵਿੱਚ ਵਨ
वन परसन वन वोट वन वैल्यू है। मतलब कहने का भाव की है, मैं समझाना चाहना वा, एक व्यक्ति ਨੂੰ एक वोट देने का अधिकार है। ये नहीं हैगा कि कोई जो IAS है उन्होंने 5 वोटा देने का अधिकार दे दिता, एक आम व्यक्ति को भी उन्नी ही वोटा मिलणगियां। ठीक है, एक कोई रईस ज़्यादा है, कोई बहुत बड़ा बिजनेसमैन है, उन्होंने भी एक ही वोट जो है वो देने का अधिकार दिता गया था। वन परसन वन वोट वन वैल्यू का की मतलब है, जिमें ये हो सकता है कि एक ये कहा जाए कि अंबानी जी जो एक वोट भी देणगे ना तो उन्होंने 5 वोटा मनिया जाऊगा, मतलब उसकी वैल्यू जो है वो 5 वोटा के बराबर होएगी। सो भारत च इदा का कुछ नहीं है, एक परसन एक वोट ही देगा और उसकी कीमत भी इको ही होएगी। इसका जो आधार बन रहा है वो बन रहा है एडल्ट फ्रेंचाइज, बालग मताधिकार। एडल्ट फ्रेंचाइज बालग मताधिकार का मतलब है कि 18 साल तो उपर का हर व्यक्ति जो है वो वोट दे सकता है। ठीक है जी, भारत के हर नागरिक होना जरूरी है ना वोट पाने लिए। ठीक है जी, 18 साल की उम्र तक पहुंच के वोट का अधिकार मिल जाएगा, चाहे वो अमीर है, चाहे गरीब है, चाहे स्त्री है, चाहे मर्द है, चाहे पढ़े है, चाहे अनपढ़ है, सारे बराबर वोट का अधिकार दिता जा रहा है। क्योंकि ये मन्या जाता है कि 18 साल की उम्र तक जो होएगा उसका विवेक जो है, बुद्धि जो है वो डिवेलप हो चुकी है, तो वो अपने नुमाइंदे चुनने की जो क्षमता रखता है। ठीक है जी, उस तो बाद मैं जिमें कि दस रहा सी कि लोकतंत्र का आधार समानता है, क्योंकि एक बालग नूं, एक व्यक्ति नूं एक वोट और एक जो कीमत का सिद्धांत है वो लागू किया गया है। सो चोणां राही जो है देश के समानता भी लियाई जा रही है, क्योंकि डेमोक्रेसी के जो पिलर्स कुछ 4-5 पिलर्स की गल करांगे तो पहली गल उहदे च होएगी कि जिहड़े तुहाडे रूलर्स ने, जिहड़े तुहाडे शासक ने, वो चुने जाते हैं, वो इलैक्टेड होंदे आ, वो मनोनीत नहीं होंदे, अपॉइंट नहीं होंदे, हैरीडेटरी नहीं होंदे कि किसी के घरे राजे के घरे जिहड़ा है बच्चा जम्मिया तो वही राजा होएगा, इदां दा नहीं होंदा। ठीक है, उस तो बाद डेमोक्रेसी यानी कि लोकतंत्र की दूसरी विशेषता है कि समानता होंदी है, हर व्यक्ति जो है समान होंदा, किसी नाल भी धर्म के आधार पर, जाति के आधार पर, लिंग के आधार पर किसी भी तरीके जो है वो भेदभाव नहीं किया जाता। उस तो बाद डेमोक्रेसी के कुछ तुहानूं विशेष अधिकार दिते जाते हैं जो कि आपां अगले चैप्टर के भी पढ़ने हैं, मौलिक अधिकारों की जी गल की जा रही है। सो हुण मैं तुहाडे 2 क्वेश्चन कवर कर चुका, एक तो वड्डे उत्तरां वाला जो वड्डे प्रश्नों वाले वड्डे उत्तरां वाले प्रश्न जो है वो चौथा क्वेश्चन कवर करता मैं, चोणां दे महत्व से संखेप नोट लिखो। उस तो बाद छोटे उत्तरां वाले प्रश्न के चोणां का लोकतंत्री देश में की महत्व है, ये मैं दोनों क्वेश्चन जो है वो कवर अप कर दिते हैं। ठीक है, सो तुहानूं कुछ भी याद करने की लोड़ नहीं है, हर चीज़ को समझो, समझ के जो है वो अपने आंसर्स को डिवेलप तुसीं आप भी कर सकते हो, अपनी भाषा च लिखो, अपनी भाषा च लिखो। ठीक है जी, ओके, थैंक यू।